ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਖਾਸ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ BC ਦੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ। ਅਸੀਂ ਕੁਝ ਕੈਂਡੀਡੇਟਸ ਨਾਲ ਗੱਲਬਾਤ ਕੀਤੀ, ਉਹਨਾਂ ਦੇ ਕੈਂਪੇਨ ਆਫਿਸਿਸ ਦੇ ਵਿੱਚ ਜਾ ਕੇ ਜਾਂ ਬਾਹਰ ਜਾ ਕੇ ਉਹਨੂੰ ਅਸੀਂ ਮਿਲੇ ਹਾਂ। ਇਸ ਵੇਲੇ ਅਸੀਂ ਜਾਣਕਾਰੀ ਲਈ ਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਕੈਂਪੇਨ ਚੱਲ ਰਹੀ ਹੈ। ਇਸ ਵਾਰ ਥੋੜ੍ਹੀ ਜਿਹੀ ਵੱਖਰੀ ਕੈਂਪੇਨਿੰਗ ਆ। ਕਿਸ ਤਰ੍ਹਾਂ ਉਹ ਕੰਮ ਕਰ ਰਹੇ ਆ, ਕਿੰਨੇ ਕੁ ਲੋਕ ਉਹਨਾਂ ਨੂੰ ਮਿਲ ਰਹੇ ਆ, ਲੋਕਾਂ ਦੇ ਮੁੱਦੇ ਕੀ ਆ, ਲੋਕ ਉਹਨਾਂ ਨੂੰ ਕੀ ਦੱਸ ਰਹੇ ਆ ਕਿ ਕਿਹੜੇ ਸਾਡੇ ਜਿਹੜੇ ਕੰਸਰਨ ਹੈਗੇ ਆ ਔਰ ਉਹਨਾਂ ਕੋਲੇ ਕੀ ਹੱਲ ਆ। ਇਹਦੇ ਬਾਰੇ ਆਪਾਂ ਅੱਜ ਉਹਨਾਂ ਦੇ ਆਫਿਸਿਸ ਦੇ ਵਿੱਚ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਜਾਣਦੇ ਹਾਂ ਕਿ ਕਿਹੜੇ ਮੁੱਦਿਆਂ ਦੇ ਉੱਤੇ ਉਹ ਡਿਸਕਸ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਇਹ ਡਿਸਕਸ਼ਨ ਹੋਈ ਆ ਕੁਛ ਮੁੱਦਿਆਂ ਦੇ ਉੱਤੇ, ਮੈਸੀ ਟਨਲ ਦੇ ਉੱਤੇ, ਹੌਸਪੀਟਲ ਦੇ ਉੱਤੇ, ਸਰੀ ਪੁਲਿਸ ਦੇ ਉੱਤੇ। ਔਰ ਜਿਹੜੀਆਂ ਇਹ ਮੁੱਦੇ, ਇੱਕ ਇਹਨਾਂ ਨੂੰ ਇਹ ਵੀ ਗੱਲ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕਿ ਲੱਗਦਾ ਨਹੀਂ ਕਿ ਇਹ ਮੁੱਦੇ ਤਾਂ ਉਹ ਮੁੱਦੇ ਆ ਜਿਹੜੇ ਮੁੱਦੇ ਹੋਣੇ ਹੀ ਨਹੀਂ ਸੀ ਚਾਹੀਦੇ। ਜਿਹੜੇ ਮਰੀਜ਼ਾਂ ਦੀ ਗਿਣਤੀ ਵੱਧਦਾ ਦੂਜਾ ਹੌਸਪੀਟਲ ਬਣ ਜਾਣਾ ਚਾਹੀਦਾ ਸੀ। ਜੇ ਕੋਈ ਕ੍ਰੋਸਿੰਗ ਲੰਬੇ ਸਮੇਂ ਤੋਂ ਬਣੀ ਉਹ ਬਦਲੀ ਜਾਣੀ ਚਾਹੀਦੀ ਸੀ। ਇਹ ਸਿਆਸੀ ਮੁੱਦੇ ਕਿਉਂ ਬਣ ਗਏ? ਇੱਕ ਪਾਰਟੀ ਆ ਕੇ ਦੂਜੀ ਪਾਰਟੀ ਦਾ ਕੰਮ ਰੋਕ ਦਿੰਦੀ, ਦੂਜੀ ਪਾਰਟੀ ਉਹਦੇ ਕੰਮ ਨੂੰ ਬਦਲ ਦਿੰਦੀ ਆ। ਇਹ ਸਾਰਾ ਕੁਛ ਕਿਉਂ ਬਣ ਰਿਹਾ, ਜਾਂ ਸਰੀ ਦੇ ਅਸਲ ਮੁੱਦੇ ਹੈ ਕਿਹੜੇ ਆ? ਇਹਦੇ ਉੱਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਵੀ ਆ। ਸੋ ਅੱਜ ਅਸੀਂ, ਕਿਉਂਕਿ ਥੋੜ੍ਹੇ ਦਿਨ ਰਹਿੰਦੇ ਆ ਇਲੈਕਸ਼ਨ ਦੇ ਵਿੱਚ, ਅੱਜ ਐਡਵਾਂਸ ਪੋਲਿੰਗ ਸ਼ੁਰੂ ਵੀ ਹੋਈ ਆ। ਇਹਨਾਂ NDP ਤੇ ਲਿਬਰਲ ਦੋਵਾਂ ਕੈਂਡੀਡੇਟਸ ਦੇ ਨਾਲ ਸਰੀ ਦੇ ਇਹਨਾਂ ਵੱਖ-ਵੱਖ ਰਾਈਡਿੰਗਸ ਦੇ ਵਿੱਚ ਜਾ ਕੇ ਜਿਹੜੇ ਸਾਨੂੰ ਮਿਲਦੇ ਆ, ਅੱਜ ਅਵੇਲੇਬਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਕੀਆਂ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗੱਲਬਾਤ ਕਰਕੇ ਤੁਹਾਨੂੰ ਜਿਹੜੀ ਜਾਣਕਾਰੀ ਦਿੰਦੇ ਰਹਾਂਗੇ। ਆਓ ਮਿਲਦੇ ਹਾਂ ਸਰੀ ਦੇ ਕੁਝ ਵੱਖ-ਵੱਖ ਰਾਈਡਿੰਗਸ ਦੇ NDP ਅਤੇ ਲਿਬਰਲ ਦੇ ਉਮੀਦਵਾਰਾਂ ਨਾਲ। ਸੋ ਦੋਸਤੋ, ਅਸੀਂ ਇਸ ਵੇਲੇ ਪਹੁੰਚੇ ਹਾਂ ਕੈਂਪੇਨ ਆਫਿਸ ਰਚਨਾ ਸਿੰਘ ਜੀ ਦੇ। ਸਰੀ ਗ੍ਰੀਨ ਟਿੰਬਰਸ ਤੋਂ ਚੋਣ ਲੜ ਰਹੇ ਆ। ਪਿਛਲੇ ਸਮੇਂ ਦੇ ਵਿੱਚ ਇਸ ਹਲਕੇ ਤੋਂ MLA ਆ ਔਰ ਚੰਗੀ ਵੱਡੀ ਜਿੱਤ ਉਹਨਾਂ ਦੀ ਇੱਥੋਂ ਸੀਗੀ। ਦੂਜੇ ਪਾਸੇ BC ਲਿਬਰਲ ਵੱਲੋਂ ਦਿਲਰਾਜ ਅਟਵਾਲ ਚੋਣ ਲੜ ਰਹੇ ਆ। ਇਸ ਵੇਲੇ ਰਚਨਾ ਸਿੰਘ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕੀ ਇਸ ਵੇਲੇ ਉਹਨਾਂ ਦੀ ਰਾਈਡਿੰਗ ਦੇ ਵਿੱਚ ਰਿਸਪੌਂਸ ਆ ਲੋਕਾਂ ਦਾ, ਕੀ ਲੋਕ ਕਹਿ ਰਹੇ ਆ ਤੇ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਹੈ। ਰਚਨਾ ਸਿੰਘ ਜੀ, ਕਿਸ ਤਰ੍ਹਾਂ ਚੱਲ ਰਹੀ ਹੈ ਹੁਣ ਤੱਕ ਕੈਂਪੇਨ ਔਰ ਕੀ ਰਿਸਪੌਂਸ ਆ ਲੋਕਾਂ ਦਾ ਜੀ? ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈਗਾ। ਜਿਹੜੇ ਅਸੀਂ ਕੰਮ ਕੀਤੇ ਹੈਗੇ ਆ, ਬੇਸਿਕਲੀ NDP ਦਾ ਜਿਹੜਾ ਕਾਰਜਕਾਰੀ ਹੈ ਉਹਦੇ ਤੋਂ ਲੋਕੀ ਬਹੁਤ ਖੁਸ਼ ਹੈ। ਔਰ ਜਿਹੜੀ ਮੇਰੀ ਰਾਈਡਿੰਗ ਹੈ, ਜਸਕਰਨ ਭਾਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਬਹੁਤ ਹੀ ਜ਼ਿਆਦਾ ਹਾਰਡ ਵਰਕਿੰਗ ਲੋਕੀ ਹੈਗੇ ਜਿਨ੍ਹਾਂ ਲਈ ਬਹੁਤ ਇਹ ਚੀਜ਼ਾਂ, ਅਫੋਰਡੇਬਿਲਿਟੀ ਦੀਆਂ ਚੀਜ਼ਾਂ, ਜਿਹੜਾ ਅਸੀਂ MSP ਪ੍ਰੀਮੀਅਮ ਐਲੀਮੀਨੇਟ ਕੀਤੇ, ਟੋਲਸ ਹਟਾਏ ਜਾਂ ਮਿਨੀਮਮ ਵੇਜ ਵਧਾਈ ਹੈਗੀ ਹੈ, ਜਾਂ ਅਸੀਂ ਜਿਹੜੇ ਚਾਈਲਡ ਕੇਅਰ ਦੇ ਵਿੱਚ ਇਨਵੈਸਟ ਕਰ ਰਹੇ ਹੈਗੇ ਆ, ਬਹੁਤ ਉਹਨਾਂ ਲਈ ਮਾਇਨੇ ਰੱਖਦੇ ਹੈਗੇ। ਅਤੇ ਬਾਕੀ ਸਰੀ ਦੇ ਵਿੱਚ ਇੱਕ ਹਸਪਤਾਲ ਦੀ ਜਿਹੜੀ ਉਸਾਰੀ, ਉਹਦੀ ਕਮਿਟਮੈਂਟ, BC NDP ਦੀ 2 ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਦਾ ਆਉਣਾ ਅਤੇ ਜਿਹੜੇ 18 ਨਵੇਂ ਸਕੂਲ ਪ੍ਰੋਜੈਕਟਸ ਹੈ, ਇਹਦੇ ਲਈ ਲੋਕੀ ਬਹੁਤ ਜ਼ਿਆਦਾ ਖੁਸ਼ ਹੈ। ਔਰ ਮੈਂ ਜਿੰਨਾ ਜ਼ਿਆਦਾ ਅੱਜ ਕੱਲ੍ਹ ਜਿਹੜੀ ਕੈਂਪੇਨ ਹੈ, ਤੁਹਾਨੂੰ ਪਤਾ ਕਿ ਇਸ ਵਾਰ ਥੋੜ੍ਹੀ ਡਿਫਰੈਂਟ ਹੈ। ਅਸੀਂ ਡੋਰ ਨੌਕਿੰਗ ਬਿਲਕੁਲ ਨਹੀਂ ਕੀਤੀ ਹੈਗੀ ਹੈ। ਵੱਧ ਤੋਂ ਵੱਧ ਲੀਫਲੈਟਿੰਗ ਕਰ ਰਹੇ ਸੀਗੇ ਜਾਂ ਫੋਨ 'ਤੇ ਹੁੰਗਾਰਾ ਲੋਕਾਂ ਦਾ ਇਹੀ ਹੈ ਕਿ ਵੀ ਨੀਡ ਟੂ ਕੰਟੀਨਿਊ। ਜਿਹੜੀ ਹੈ ਪ੍ਰੋਗਰੈਸਿਵ ਗਵਰਨਮੈਂਟ ਹੈ, ਜਿੰਨੇ ਲੋਕਾਂ ਨੂੰ ਪਹਿਲ ਦਿੱਤੀ ਹੈਗੀ ਹੈ, ਉਹਨਾਂ ਨੂੰ ਹੀ ਅਸੀਂ ਅੱਗੇ ਜਿੱਤਦਾ ਦੇਖਣਾ ਚਾਹਾਂਗੇ। ਪ੍ਰੀਮੀਅਰ ਜੌਨ ਹੌਰਗਨ ਤੇ BC NDP ਦੀ ਸਰਕਾਰ, ਕਿ ਜਿਹੜਾ ਉਹਨਾਂ ਨੇ 3 ਸਾਲ ਤੋਂ ਜਿਹੜਾ ਇੰਨਾ ਵਧੀਆ ਕੰਮ ਸ਼ੁਰੂ ਕੀਤਾ ਸੀ, ਉਹ ਕੰਟੀਨਿਊ ਹੋ ਸਕੇ। ਤੇ ਇੱਕ ਸਵਾਲ ਪੈਦਾ ਹੁੰਦਾ ਜੀ, ਬਹੁਤ ਸਾਰੇ ਟਾਕ ਸ਼ੋ, ਸਾਰਾ ਕੁਛ ਹੀ ਗੱਲਬਾਤ ਜਿਹੜੀ ਸਰੀ ਹੌਸਪੀਟਲ, ਸਰੀ ਪੁਲਿਸ, ਇਹਨਾਂ ਇਸ਼ੂਜ਼ ਦੇ ਉੱਤੇ ਜਾ ਕੇ ਰੁਕ ਜਾਂਦੀ ਹੈ, ਮੈਸੀ ਟਨਲ ਦੇ ਉੱਤੇ ਚਲੇ ਜਾਂਦੀ। ਤੁਹਾਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਤਾਂ ਹੋਣੀਆਂ ਹੀ ਚਾਹੀਦੀਆਂ ਸੀ? ਇਹ ਤਾਂ ਸਰਕਾਰ ਦਾ ਜਾਂ ਕਿਸੇ ਵੀ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਕਿ ਜੇ ਇੰਨੀ ਗਿਣਤੀ ਵੱਧ ਜਾਂਦੀ ਹੈ ਤਾਂ ਹੌਸਪੀਟਲ ਬਣ ਜੇ, ਲੋਕਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਉਹ ਜਿਹੜਾ ਟਨਲ ਜਾਂ ਬ੍ਰਿਜ ਜੋ ਵੀ ਬਣਦਾ। ਸਾਨੂੰ ਇੱਕ ਇਹ ਨੁਕਤਾ ਸਮਝਾਇਓ ਵੀ ਇਹ ਸਿਆਸੀ ਖਿੱਦੋ ਕਿਉਂ ਬਣ ਜਾਂਦੀ ਆ? ਇਹੀ ਇਸ਼ੂ ਕਿਉਂ ਆ? BC ਲਿਬਰਲ ਨੂੰ ਵੀ ਇਹੀ ਪੁੱਛੀ ਜਾ ਰਿਹਾ? ਇਹ ਮੀਡੀਆ ਇਸ ਗੱਲ ਨੂੰ ਚੱਕ ਰਿਹਾ? ਲੋਕਾਂ ਦਾ ਸਵਾਲ ਆ ਇਹ, ਜਾਂ ਇਹੀ ਵੱਡੇ ਪੋਲੀਟੀਕਲ ਇਸ਼ੂ ਕਿਉਂ ਬਣੇ ਆ ਜੀ? ਬਿਲਕੁਲ ਇਸ ਗੱਲ ਦੀ ਸਮਝ ਨਹੀਂ ਆਉਂਦੀ। ਮੈਨੂੰ ਪਤਾ ਕਿ ਹੌਸਪੀਟਲ ਦੀ ਇੱਕ ਬਹੁਤ ਜ਼ਿਆਦਾ ਲੋੜ ਹੈਗੀ ਹੈ, ਔਰ ਹੌਸਪੀਟਲ ਬਹੁਤ ਸਾਲ ਪਹਿਲਾਂ ਬਣ ਜਾਣਾ ਚਾਹੀਦਾ ਸੀਗਾ। ਜਿਹੜਾ ਕਿ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਉਹਨਾਂ ਨੇ ਜ਼ਮੀਨ ਖਰੀਦੀ ਸੀਗੀ ਲਿਬਰਲਸ ਨੇ, ਉਹ ਵੇਚ ਦਿੱਤੀ। ਉਹਦੇ ਸਦਕਾ ਹੀ ਇਹ ਸਾਰੇ ਜਿਹੜੀ ਸੈਟਬੈਕ ਲੱਗੀ ਔਰ ਸਾਰਾ ਡਿਲੇ ਹੋ ਰਿਹਾ ਹੈਗਾ। ਪਰ ਹੈ ਕਿ ਮੈਂ ਹਮੇਸ਼ਾ ਜਦੋਂ ਵੀ ਮੈਨੂੰ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਹੌਸਪੀਟਲ ਕਿਉਂ ਨਹੀਂ ਬਣਿਆ, ਪਰ ਮੈਂ ਸਿਰਫ ਆਪਣੇ ਮੀਡੀਆ ਦੇ ਜਿਹੜੇ ਵੀ ਤੁਹਾਡੇ ਵਰਗੇ ਦੋਸਤ ਹੈ ਉਹਨਾਂ ਨੂੰ ਬਸ ਇਹੀ ਪੁੱਛਣਾ ਚਾਹੂੰਗੀ ਕਿ ਵੀ ਹੈਵ ਟੂ ਗੋ ਬੈਕ ਵਟ ਦੇ ਡਿਡ। ਯੈਸ, 3 years ਇਟ ਟੇਕਸ ਅ ਲੌਂਗ ਟਾਈਮ ਕਿ ਹੌਸਪੀਟਲ ਦੀ ਉਸਾਰੀ ਹੋਵੇ। ਹੌਸਪੀਟਲ ਇੱਕ ਨੀਡ ਹੈ, ਇਹਦੇ ਤੋਂ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈਗਾ। ਸਾਡੀ ਕਮਿਟਮੈਂਟ ਸੀ, ਅਸੀਂ 2017 'ਚ ਹੀ ਆਪਣੀ ਕਮਿਟਮੈਂਟ ਕਲੀਅਰ ਕਰਤੀ ਸੀ ਕਿ ਹੌਸਪੀਟਲ ਆ ਰਿਹਾ ਹੈ, ਔਰ ਅਸੀਂ ਉਹਦੇ ਵੱਲ ਵੱਧ ਰਹੇ ਹੈਗੇ ਹਾਂ। ਉਹਦੇ ਵਿੱਚੋਂ ਟੈਕਨੀਕਲ ਕੁਐਸਚਨ ਕੱਢ ਕੇ ਉਹਦੇ ਵਿੱਚੋਂ ਕਦੀ ਕਿੰਤੂ ਕਰ ਦੇਣਾ ਕਿ ਹੌਸਪੀਟਲ ਬਣੇਗਾ ਕਿ ਨਹੀਂ ਬਣੇਗਾ, ਕਿਹੜੇ ਸਾਈਜ਼ ਦਾ ਬਣੇਗਾ। ਆਈ ਥਿੰਕ rather than questioning us, ਉਹ ਲਿਬਰਲਸ ਨੂੰ ਇਹ ਕੁਐਸਚਨ ਹੋਣਾ ਚਾਹੀਦਾ ਕਿ ਤੁਸੀਂ 16 ਸਾਲ ਸੀਗੇ ਸਰਕਾਰ ਦੇ ਵਿੱਚ, ਤੁਸੀਂ 16 ਸਾਲ ਸਰੀ ਲਈ
ਹਸਪੀਟਲ ਤਾਂ ਛੱਡੋ, ਤੁਸੀਂ ਬੱਚਿਆਂ ਲਈ, ਜਿਹੜੇ ਸਾਡੇ ਬੱਚੇ ਆ, ਜਿਹੜਾ ਸਾਡਾ ਫਿਊਚਰ ਹੈ, ਕਿੰਨੇ ਸਕੂਲ ਬਣਾਏ, ਕਿੰਨੀਆਂ ਤੁਸੀਂ ਬ੍ਰਿਜਸ ਬਣਾਤੇ, ਕਿੰਨੀ ਕਿ ਟ੍ਰਾਂਜ਼ਿਟ ਵਿੱਚ ਤੁਸੀਂ ਇਨਵੈਸਟਮੈਂਟ ਕੀਤੀ, ਜਾਂ ਜਿਹੜੇ ਇਸ਼ੂਜ਼ ਜਿਹੜੇ ਸਾਡੇ ਵਰਗੇ ਲੋਕਾਂ ਲਈ ਮੈਟਰ ਕਰਦੇ ਆ, ਸਿਸਟੈਮਿਕ ਰੇਸਿਜ਼ਮ ਨੂੰ ਤੁਸੀਂ ਟੈਕਲ ਕਰਨ ਲਈ ਕੀ ਕੀਤਾ। ਹਿਊਮਨ ਰਾਈਟਸ ਕਮਿਸ਼ਨ ਨੂੰ ਤੁਸੀਂ ਬੇਦਖਲ ਕਰਨ ਵਾਲੇ ਤੁਸੀਂ ਸੀਗੇ ਉਹਨੂੰ, ਐਂਡ ਜਿਹੜਾ ਹੁਣ ਚਾਈਲਡ ਕੇਅਰ ਲਈ ਅਸੀਂ ਉਪਰਾਲੇ ਕਰ ਰਹੇ ਹਾਂ, ਤੁਸੀਂ ਕਿਉਂ ਨਹੀਂ ਕੀਤੇ ਹੈਗੇ। ਸੋ ਆਈ ਥਿੰਕ ਦੈਟਸ ਵਟ ਇਟ ਇਜ਼, ਗਵਰਨਮੈਂਟ ਸ਼ੁੱਡ ਬੀ ਮੇਡ ਅਕਾਊਂਟੇਬਲ। ਪਰ ਹੈ ਕਿ 3 ਸਾਲ ਦੀ ਕਾਰਜਕਾਰੀ, ਔਰ ਮੈਨੂੰ ਬਹੁਤ ਮਾਣ ਹੈ ਜੋ ਅਸੀਂ 3 ਸਾਲ ਵਿੱਚ ਕਰ ਸਕੇ ਹੈਗੇ ਆ, ਪਰ ਜਿਹੜਾ ਹੈ ਉਹਨਾਂ ਦੀ 16 ਸਾਲ ਦੇ ਨਿਗਲੈਕਟ ਨੂੰ ਤੁਸੀਂ ਉਹਨੂੰ ਬਿਲਕੁਲ ਛੱਡ ਕੇ ਤੇ ਤੁਸੀਂ 3 ਸਾਲ ਦੇ ਵਿੱਚ ਆ ਕੇ ਕਿ ਹਸਪੀਟਲ ਕਿਉਂ ਨਹੀਂ ਉੱਭਰ ਕੇ ਆ ਗਿਆ, ਜ਼ਰੂਰ ਬਣਨਾ ਚਾਹੀਦਾ ਸੀ ਜੇ ਇਹਨਾਂ ਨੇ ਜ਼ਮੀਨ ਨਾ ਵੇਚੀ ਹੁੰਦੀ ਤਾਂ। ਆਖਰੀ ਸਵਾਲ, ਕੀ ਲੱਗਦਾ ਇਸ ਵਾਰ ਜਿੱਤ ਲਈ ਕਿੰਨੇ ਕਾਸ਼ਬੰਦ ਹੋ, ਕਿੰਨਾ ਕੁ ਮਾਰਜਨ ਲੱਗਦਾ, ਜਾਂ ਪਿਛਲੀ ਜਿਹੜੀ ਇਲੈਕਸ਼ਨ ਸੀਗੀ ਉਹ ਤੁਹਾਡੀ ਪਹਿਲੀ ਇਲੈਕਸ਼ਨ ਸੀ, ਉਹਦੇ ਹਿਸਾਬ ਨਾਲ ਐਤਕੀ ਕਿੰਨਾ ਕੁ ਟਫ ਜਾਂ ਸੌਖਾ ਲੱਗ ਰਿਹਾ, ਕੋਈ ਕਮੈਂਟ ਇਹਦੇ ਤੇ ਜੀ। ਜੀ ਮੈਂ ਤਾਂ ਹਮੇਸ਼ਾ ਇਹ ਕਹੂੰਗੀ ਕਿ ਤੁਸੀਂ ਆਪਣੇ ਕੰਮ ਠੀਕ ਕਰਦੇ ਹੈਗੇ ਹੋ। ਮੈਂ ਇਸ ਗੱਲ 'ਚ ਬਿਲੀਵ ਕਰਦੀ ਹਾਂ ਕਿ ਡੂ ਯੋਰ ਵਰਕ, ਲੈਟ ਦ ਵੋਟਰਸ ਡਿਸਾਈਡ ਕਿ ਉਹਨਾਂ ਨੂੰ ਕਿਵੇਂ ਦਾ ਮੈਂਡੇਟ, ਉਹਨਾਂ ਨੂੰ ਕਿਵੇਂ ਦੀ ਸਰਕਾਰ ਚਾਹੀਦੀ ਹੈ। ਔਰ ਇਹ ਜਿਹੜੀ ਵੋਟ ਅੱਜ ਰਚਨਾ ਸਿੰਘ ਨੂੰ ਪੈ ਰਹੀ ਹੈਗੀ ਹੈ, ਸਿਰਫ ਰਚਨਾ ਸਿੰਘ ਦੀ ਵੋਟ ਨਹੀਂ ਹੈਗੀ, ਇਹ BC NDP ਦੀ ਵੋਟ ਹੈ, ਇਹ ਪ੍ਰੀਮੀਅਰ ਜੌਨ ਹੌਰਗਨ ਦੀ ਵੋਟ ਹੈ, ਇਹ ਤੁਹਾਡੇ ਲੋਕਾਂ ਦੀ ਆਪਣੇ ਲਈ ਵੋਟ ਹੈ। ਕਿਉਂਕਿ ਜਿਹੜੀ ਅਸੀਂ ਜਾਣਦੇ ਹਾਂ ਜਿਹੜੀ BC NDP ਹੈ, ਹਮੇਸ਼ਾ ਲੋਕਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਮੁੱਖ ਰੱਖ ਕੇ ਕੋਈ ਵੀ ਫੈਸਲਾ ਕਰਦੀ ਹੈ। ਸੋ ਵੀ ਨੀਡ ਟੂ ਕੰਟੀਨਿਊ, ਐਂਡ ਆਈ ਐਮ ਵੈਰੀ ਆਪਟਿਮਿਸਟਿਕ ਇਨ ਦਿਸ ਇਲੈਕਸ਼ਨ। ਔਰ ਮੈਨੂੰ ਆਪਣੇ ਲੋਕਾਂ ਤੇ, ਆਪਣੇ ਭਾਈਚਾਰੇ ਤੇ, ਆਪਣੇ ਕਨਸਟੀਟੂਐਂਟਸ ਤੇ ਬਹੁਤ ਜ਼ਿਆਦਾ ਭਰੋਸਾ ਹੈ। ਆਖਰ ਵਿੱਚ ਸਰੀ ਗ੍ਰੀਨ ਟਿੰਬਰਸ ਦੇ ਵੋਟਰਸ ਲਈ ਅਪੀਲ ਜੀ। ਜੀ ਮੈਂ ਤਾਂ ਇਹ ਕਹੂੰਗੀ, ਇੱਕ ਤਾਂ ਐਡਵਾਂਸ ਵੋਟਿੰਗ ਅੱਜ ਸ਼ੁਰੂ ਹੋ ਚੁੱਕੀ ਹੈ ਜੀ। ਅੱਜ ਤੋਂ ਲੈ ਕੇ 21 ਤਰੀਕ ਤੱਕ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਪੋਲਿੰਗ ਖੁੱਲੀ ਹੈਗੀ ਹੈ ਐਟ ਪੰਜਾਬ ਬੈਂਕੁਏਟ ਹਾਲ, ਜਿਹੜਾ ਕਿ ਸਪਾਈਲ ਬਿਜ਼ਨਸ ਸੈਂਟਰ ਵਿੱਚ ਹੈ। ਮੇਰੀ ਬਸ ਤੁਹਾਨੂੰ ਸਭ ਤੋਂ ਜ਼ਿਆਦਾ ਇਹ ਅਪੀਲ ਹੈ ਕਿ ਇਹ ਤੁਸੀਂ ਕਿਤੇ ਮੌਕਾ ਨਾ ਖੁੰਝਾ ਦਿਓ। ਸਾਡੇ ਵਰਗੇ ਲੋਕਾਂ ਨੂੰ, ਸਾਊਥ ਏਸ਼ੀਅਨਸ ਨੂੰ 40 ਸਾਲ ਲੱਗੇ ਆਪਣਾ ਵੋਟ ਦਾ ਹੱਕ ਲੈਣ ਲਈ, ਤੇ ਇਹ ਨਾ ਸੋਚੋ ਕਿ ਸਾਡੀ ਇੱਕ ਵੋਟ ਨਾਲ ਕੀ ਫਰਕ ਪਏਗਾ। ਤੁਹਾਡੀ ਇੱਕ ਵੋਟ ਨਾਲ ਹੀ ਬਹੁਤ ਜ਼ਿਆਦਾ ਫਰਕ ਪੈਂਦਾ। ਸੋ ਮੇਕ ਦਾ ਐਫਰਟ। ਤੁਹਾਡੇ ਕੋਲ 7 ਦਿਨ ਹੈਗੇ ਐਡਵਾਂਸ ਵੋਟਿੰਗ ਲਈ, ਤੇ 24 ਅਕਤੂਬਰ ਨੂੰ ਤਾਂ ਤੁਹਾਨੂੰ ਪਤਾ ਪੋਲਿੰਗ ਡੇ ਹੈਗਾ ਹੀ ਹੈ, ਜਿਹਦੇ ਲਈ ਅਲੱਗ-ਅਲੱਗ ਸਕੂਲ ਨਿਰਧਾਰਿਤ ਕੀਤੇ ਗਏ ਹੈਗੇ, ਜਿਹਦੇ ਬਾਰੇ ਅਸੀਂ ਜਾਣਕਾਰੀ ਬਾਅਦ ਵਿੱਚ ਦਾਂਗੇ। ਪਰ ਆਈ ਰੀਅਲੀ ਹੋਪ ਕਿ ਤੁਸੀਂ ਐਡਵਾਂਸ ਵਿੱਚ ਵੋਟ ਪਾਵੋ। ਦੋਸਤੋ, ਅਸੀਂ ਇਸ ਵੇਲੇ ਪਹੁੰਚੇ ਹਾਂ ਸਰੀ ਪੈਨੋਰਾਮਾ ਦੇ ਵਿੱਚ ਡਾਕਟਰ ਗੁਲਜ਼ਾਰ ਸਿੰਘ ਚੀਮਾ ਹੁਣਾਂ ਦੇ ਦਫ਼ਤਰ ਦੇ ਵਿੱਚ, ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ। ਇਸ ਪੈਨੋਰਾਮਾ ਰਾਈਡਿੰਗ ਦੇ ਵਿੱਚ ਡਾਕਟਰ ਗੁਲਜ਼ਾਰ ਚੀਮਾ ਪਹਿਲੇ ਪੰਜਾਬੀ MLA ਜਿਹੜੇ ਕੈਨੇਡਾ ਦੀ ਸਿਆਸਤ ਦੇ ਵਿੱਚ ਆਏ ਸੀ। ਲੰਬਾ ਚੌੜਾ ਉਹਨਾਂ ਦਾ ਤਜਰਬਾ ਆ। ਉਹਨਾਂ ਦੇ ਅਪੋਜ਼ਿਟ ਜਿਨੀ ਸਿਮਸ, ਉਹ ਵੀ ਪੁਰਾਣੇ ਸਿਆਸਤਦਾਨ ਨੇ, ਪਹਿਲਾਂ ਇਸੇ ਰਾਈਡਿੰਗ ਤੋਂ MLA ਨੇ, ਉਹਨਾਂ ਦੇ ਖਿਲਾਫ ਚੋਣ ਲੜ ਰਹੇ ਨੇ। ਡਾਕਟਰ ਗੁਲਜ਼ਾਰ ਚੀਮਾ ਹੁਣਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਦੇ ਇਸ ਵੇਲੇ ਆਸ਼ ਆ, ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਆ, ਔਰ ਲੋਕਾਂ ਦੇ ਕੀ ਮੁੱਦੇ ਨੇ ਇਸ ਵੇਲੇ। ਡਾਕਟਰ ਸਾਹਿਬ, ਕਿਸ ਤਰ੍ਹਾਂ ਕੈਂਪੇਨ ਚੱਲ ਰਹੀ ਤੇ ਕੀ ਲੋਕ ਮੁੱਦੇ ਦੱਸ ਰਹੇ ਆ ਜੀ? ਜਸਕਰਨ, ਪਹਿਲਾਂ ਤੇ ਆਮ ਸੋ ਹੈਪੀ ਟੂ ਸੀ ਯੂ ਐਂਡ ਅਮਿਤ। ਲੁਕਸ ਲਾਈਕ ਦੈਟ ਵੀ ਸਾਡੀ ਤਿੰਨਾਂ ਦੀ ਜਿਹੜੀ ਜੋੜੀ ਮੈਨੂੰ ਜਾਪਦਾ ਵੀ ਪਿਛਲੇ 2 ਸਾਲਾਂ ਤੋਂ ਬਣੀ ਹੈ। ਸੋ ਆਮ ਆਲਵੇਜ਼ ਐਕਸਾਈਟਡ। ਕੈਂਪੇਨ ਤੇ ਤੁਹਾਨੂੰ ਪਤਾ, ਕੈਂਪੇਨ ਇਜ਼ ਕੈਂਪੇਨ, ਐਂਡ ਆਮ ਵੈਰੀ ਐਕਸਾਈਟਡ ਐਂਡ ਵੈਰੀ ਪੋਜ਼ਿਟਿਵ। ਮੈਨੂੰ ਜਾਪਦਾ ਵੀ ਕੈਂਪੇਨ ਸਾਡੀ ਜਿਸ ਤਰੀਕੇ ਨਾਲ ਅਸੀਂ ਸਮਝਦੇ ਉਸ ਤਰੀਕੇ ਨਾਲ ਚੱਲਦੀ ਪਈ। ਐਵਰੀ ਡੇ ਵੀ ਆਰ ਲਰਨਿੰਗ ਸਮਥਿੰਗ। ਅਸੀਂ ਕੋਈ ਐਡ ਕਰਨੇ ਪਏ ਹਾਂ, ਜਿਹੜੀ ਕੋਈ ਚੀਜ਼ ਠੀਕ ਨਹੀਂ ਉਹਨੂੰ ਡਿਲੀਟ ਕਰਨੇ ਪਏ ਹਾਂ। ਮੈਂ ਸਮਝਦਾ ਵੀ ਇਹ ਕੈਂਪੇਨ ਚੱਲਣੀ ਅਖੀਰ ਤੱਕ। ਅੱਜ ਐਡਵਾਂਸ ਪੋਲਿੰਗ ਹੋਈ ਹੈ ਸ਼ੁਰੂ। ਸੋ ਜਿਹੜੀ ਐਡਵਾਂਸ ਪੋਲਿੰਗ ਉਹ ਚੱਲਣੀ 6 ਦਿਨ। ਜਿਹੜੇ ਟਰਾਈ ਅਸੀਂ ਕਰਨੀ ਹੈ ਵੀ ਸਾਰੇ ਲੋਕ ਜਿਹੜੇ ਨੇ ਨਾ, ਜਿਨ੍ਹਾਂ ਦੇ ਸਾਡੇ ਵਲੰਟੀਅਰ ਨੇ, ਉਹ ਪਹਿਲਾਂ ਵੋਟਾਂ ਪਾ ਲੈਣ। ਸੋ ਵੀ ਆਰ ਵੈਰੀ ਐਕਸਾਈਟਡ ਅਬਾਊਟ ਦਾ ਕੈਂਪੇਨ। ਇਸ਼ੂਜ਼ ਕਿਹੜੇ ਨੇ ਡਾਕਟਰ ਸਾਹਿਬ ਰਾਈਡਿੰਗ ਦੇ, ਜਾਂ ਕਿਹਨਾਂ ਨੂੰ ਤੁਸੀਂ ਐਡਰੈਸ ਕਰ ਰਹੇ ਹੋ? ਦੇਖੋ, ਨੰਬਰ 1 ਇਸ਼ੂ ਫਿਰ ਉਹੀ ਹੁੰਦਾ ਕਿ ਇਹਨਾਂ ਨੇ ਹਸਪੀਟਲ ਦਾ ਕੀਤਾ ਸੀ ਅਨਾਉਂਸਮੈਂਟ, ਉਹਦਾ ਵੀ ਇਹਨਾਂ ਨੇ ਬੋਗਸ ਜਿਹਾ ਕੰਮ ਕੀਤਾ। ਪਹਿਲਾਂ ਕਹਿਤਾ ਵੀ ਜ਼ਮੀਨ ਅਸੀਂ ਲਈ ਹੈ, ਫਿਰ ਕਹਿਤਾ ਪਲਾਨ ਅਸੀਂ ਬਣਾਈ ਹੈ, ਫਿਰ ਕਹਿਤਾ ਅਸੀਂ ਪੈਸੇ ਲਏ ਨੇ। ਤਿੰਨੋਂ ਚੀਜ਼ਾਂ ਮਿਸਿੰਗ ਸਨ। ਪਰ ਚਲੋ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਕਹਿਤਾ ਵੀ ਅਸੀਂ ਕਰਾਂਗੇ, ਉਹ ਵੇਖਾਂਗੇ ਵੀ ਕੀ ਕਰਦੇ ਨੇ, ਕਿਉਂਕਿ ਕਰਨਗੇ ਤਾਂ ਜੇ ਸਰਕਾਰ ਬਣਾਉਣਗੇ। ਸਰਕਾਰ ਤੇ ਬਣੀ ਹੈ ਸਰੀ ਪੈਨੋਰਾਮਾ ਦੇ ਵਿੱਚੋਂ, ਤੇ ਜਿਹੜਾ ਸਰੀ ਪੈਨੋਰਾਮਾ ਵਿੱਚ ਜਿਹੜੀ ਹੋਏਗੀ ਜਿੱਤ, ਉਹਨਾਂ ਦੀ ਸਰਕਾਰ ਬਣਨੀ ਹੈ। ਸੋ ਮੈਂ ਸਾਰੇ ਤੁਹਾਡੇ ਪ੍ਰੋਗਰਾਮ ਸੁਣਨ ਵਾਲੇ, ਜਿਹੜਾ ਮੇਰਾ ਪ੍ਰੋਗਰਾਮ ਦੇਖਦੇ ਪਏ ਨੇ ਤੁਹਾਡੇ ਥਰੂ, ਉਹਨਾਂ ਅੱਗੇ ਮੈਂ ਰਿਕੁਐਸਟ ਕਰਨਾ ਕਿ ਮੇਰਾ ਐਕਸਪੀਰੀਅੰਸ ਹੈਗਾ, ਮੇਰਾ ਨੌਲੇਜ ਹੈਗਾ, ਮੈਂ ਇਮਾਨਦਾਰੀ ਨਾਲ ਇੱਥੇ ਕੰਮ ਕੀਤਾ, ਵਲੰਟੀਅਰ ਕੰਮ ਕੀਤਾ, ਤੁਹਾਡੇ ਵਿੱਚ ਮਿਲ ਕੇ ਮੈਂ ਰਹਿਣਾ। ਤੁਹਾਡੇ ਸਾਰੇ ਸੁੱਖ ਦੁੱਖ 'ਚ ਮੈਂ ਸ਼ਾਮਲ ਹੋਇਆ। ਮੇਰੇ ਕੰਮ ਦੇ ਨਾਲ 1988 ਦੇ ਤੋਂ ਬਾਅਦ ਰਸਤੇ ਖੁੱਲ੍ਹੇ ਨੇ। ਸੋ ਮੈਂ ਦੁਬਾਰਾ ਸਰਵ ਕਰਨਾ ਚਾਹੁੰਦਾ। ਤੇ ਮੈਨੂੰ ਪਤਾ ਕਿ ਜੋ ਸਰੀ ਨਾਲ ਪਿਛਲੇ 3.5 ਸਾਲਾਂ ਦਾ ਹਾਲ ਹੋਇਆ,
ਟੋਟਲੀ ਇਹਨਾਂ ਨੂੰ ਇਗਨੋਰ ਕੀਤਾ ਗਿਆ। ਜਿਹੜੇ ਸਾਡੇ ਇੱਥੇ ਸਿਟਿੰਗ MLA ਨੇ ਪਹਿਲਾਂ ਸਨ, ਹੁਣ ਤੇ ਉਹ ਕੈਂਡੀਡੇਟ ਨੇ, ਉਹਨਾਂ ਦੇ ਵੀ ਇਨਵੈਸਟੀਗੇਸ਼ਨ ਹੋਈ। ਕਿੰਨੀਆਂ ਗੱਲਾਂ ਹੋਈਆਂ, ਸਾਰੇ ਲੋਕ ਆਪਣੇ ਉਹਨਾਂ ਨੂੰ ਪੁੱਛਣ ਸਵਾਲ ਕਿ ਭਈ ਕਿ ਤੁਹਾਡੀ ਇਨਵੈਸਟੀਗੇਸ਼ਨ ਕਾਹਦੀ ਸੀ, ਕਿਹੜਾ ਤੁਸੀਂ ਐਡਾ ਵੱਡਾ ਕਾਰਨਾਮਾ ਕੀਤਾ, ਕਿਹੜੀ ਵੱਡੀ ਅਚੀਵਮੈਂਟ ਸੀ ਵੀ 6 ਮਹੀਨੇ ਤੁਹਾਡੀ ਇਨਵੈਸਟੀਗੇਸ਼ਨ ਹੋਈ ਹੈ। ਸੋ ਉਹ ਗੱਲਾਂ ਤੇ ਬੜੀਆਂ ਇੰਪੋਰਟੈਂਟ ਨੇ। ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਇਹ ਸਾਰੇ ਮੁੱਦੇ ਜਿਹੜੇ ਡਿਸਕਸ ਕਰਨੇ ਬੜੇ ਇੰਪੋਰਟੈਂਟ ਨੇ। ਬਾਕੀ ਸਰੀ ਦੇ ਵਿੱਚ ਇਨਫਰਾਸਟ੍ਰਕਚਰ ਦੀ ਸਾਨੂੰ ਜ਼ਰੂਰਤ ਹੈ, ਹਸਪੀਟਲ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਸਾਨੂੰ ਜਿਹੜਾ ਮੈਸੀ ਜਿਹੜਾ ਬ੍ਰਿਜ ਸੀ, ਮੈਸੀ ਟਨਲ ਵਾਲਾ ਬ੍ਰਿਜ ਬਣਾਉਣਾ ਸੀ। ਇਸ ਤੋਂ ਇਲਾਵਾ ਆਪਾਂ ICBC ਦੇ ਲੋਕਾਂ ਦੇ ਬੜੇ ਇਸ਼ੂ ਨੇ। ਰੇਟਸ ਪਿਛਲੇ ਸਾਲ ਤੋਂ 2-3 ਸਾਲਾਂ 'ਚ ਬੜੇ ਵੱਧ ਗਏ। ਬੱਚਿਆਂ ਲਈ ਮੁਸ਼ਕਲਾਂ ਆ ਗਈਆਂ। ਬੱਚਿਆਂ ਦੇ 4-5 ਹਜ਼ਾਰ ਡਾਲਰ ਦੀ ਕਾਰ ਹੈ ਤਾਂ ਉਹਨਾਂ ਦੀ ਇੰਸ਼ੋਰੈਂਸ ਹੈ। ਸੋ ਇਹਨਾਂ ਗੱਲਾਂ ਸਾਰਿਆਂ ਨੂੰ ਠੀਕ ਕਰਨ ਵਾਸਤੇ ਇਸ ICBC ਦਾ ਕੰਪੀਟੀਸ਼ਨ ਖੋਲ੍ਹਣੇ ਪਿਆ ਵੀ ICBC ਵੀਰੇ, ਪਰ ਨਾਲ ਉਹਨਾਂ ਦਾ ਕੰਪੀਟੀਸ਼ਨ ਹੋਏ ਤਾਂ ਕਿ ਤੁਹਾਡੇ ਕੋਈ ਚੁਆਇਸ ਹੋਏ। ਸੋ ਇਹ ਗੱਲਾਂ ਸਾਰੀਆਂ ਬੜੀਆਂ ਇੰਪੋਰਟੈਂਟ ਨੇ। ਇਸ ਤੋਂ ਇਲਾਵਾ ਸਰੀ ਜਿਹੜਾ ਨਾ BC ਦੇ ਵਿੱਚ ਬਿਨਾਂ ਇਕਾਨਮੀ ਤੋਂ ਕੋਈ ਗੱਲ ਨਹੀਂ ਹੋਣੀ। ਸਾਡੀ ਪਾਰਟੀ ਇਕਾਨਮੀ ਵਾਸਤੇ ਕੰਮ ਕਰਦੀ ਹੈ। ਸਾਡੀ ਪਾਰਟੀ ਨੇ ਹਮੇਸ਼ਾ BC ਬਿਲਡ ਕੀਤਾ। ਇਨਫਰਾਸਟ੍ਰਕਚਰ ਅਸੀਂ ਡਿਵੈਲਪ ਕਰਨੇ ਆ। ਓਲੰਪਿਕ ਅਸੀਂ ਇੱਥੇ ਲੈ ਕੇ ਆਏ, ਲੋਕੀ ਖੁਸ਼ਹਾਲ ਹੋਏ। ਅਤੇ ਹੁਣ ਅਸੀਂ 7% ਜਿਹੜਾ PST ਉਹਨੂੰ ਘਟਾਉਣਾ, ਜਿਹੜਾ 2% ਜਿਹੜਾ ਬਿਜ਼ਨਸ ਟੈਕਸ ਹੈ ਉਹਨੂੰ ਅਸੀਂ ਘਟਾਉਣਾ। ਇਹਦੇ ਨਾਲ ਜਿਹੜਾ LNG ਅਤੇ ਆਪਣਾ ਟਰਾਂਸਮਾਊਂਟੇਨ ਪਾਈਪਲਾਈਨ ਉਹਨੂੰ ਅਸੀਂ ਪੁਸ਼ ਕਰਨਾ ਵੀ ਜਿੰਨੀ ਜਲਦੀ ਇਹ ਸਾਰੇ ਕੰਮ ਹੋਣ ਤਾਂ ਕਿ ਜਿਹੜਾ BC ਵਿੱਚ ਖੁਸ਼ਹਾਲੀ ਆਏ। ਸੋ ਇਹ ਗੱਲਾਂ ਬੜੀਆਂ ਇੰਪੋਰਟੈਂਟ ਨੇ, ਇਹ ਕਰਨੀਆਂ ਚਾਹੀਦੀਆਂ ਨੇ। ਡਾਕਟਰ ਸਾਹਿਬ, ਇੱਕ ਹੋਰ ਸਵਾਲ ਤੁਹਾਡੇ ਲਈ। ਜਦੋਂ ਦੀ ਇਹ ਇਲੈਕਸ਼ਨ ਸਟਾਰਟ ਹੋਈ ਆ, 2-3 ਮੁੱਦੇ ਬਹੁਤ ਹਾਈਲਾਈਟ ਹੋ ਰਹੇ ਆ, ਮੈਸੀ ਟਨਲ ਦਾ, ਹਸਪੀਟਲ ਦਾ, ਸਰੀ ਦੀ ਪੁਲਿਸ ਦਾ। ਸਾਨੂੰ ਇੱਕ ਗੱਲ ਦੱਸਿਓ ਕਿ ਇਹ ਇੱਦਾਂ ਨਹੀਂ ਕਿ ਸਰਕਾਰਾਂ ਨੂੰ ਇਹ ਬਾਈ ਡਿਫਾਲਟ ਹੀ ਕੰਮ ਕਰਨੇ ਚਾਹੀਦੇ ਆ ਵੀ ਜੇ ਇੱਕ ਗਿਣਤੀ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵੱਧ ਗਈ ਆ ਤਾਂ ਹਸਪਤਾਲ ਦੂਜਾ ਬਣਾ ਦਿਓ। ਜੇ ਉੱਥੇ ਨਹੀਂ ਬ੍ਰਿਜ ਤੇ ਉੱਤੇ ਪੁਰਾਣਾ ਬਣਿਆ ਹੈ ਉਹਨੂੰ ਆਪਣੇ ਆਪ ਹੀ ਲੋਕਾਂ ਦੇ ਲਈ ਉਹਨੂੰ ਖੋਲ੍ਹ ਦਿਓ। ਇਹ ਜਿਹੜੀ ਸਿਆਸੀ ਖਿੱਦੋਕਣੇ ਕਿਉਂ ਬਣੇ ਆ ਇਹ ਮੁੱਦੇ? ਜਿਹੜੇ ਲੋਕਾਂ ਦੇ ਮਸਲੇ ਨੇ, ਸਰੀ ਦੇ ਸਕੂਲਾਂ ਦੀ ਰੇਟਿੰਗ ਅਪ ਨਹੀਂ ਆ, ਉਹ ਬਹੁਤ ਪਿੱਛੇ ਆ, ਉਹ ਕਿਤੇ ਦੇਖ ਹੀ ਨਹੀਂ ਰਹੇ, ਮੁੱਦੇ ਹੀ ਹੋਰ ਦਿਸੀ ਜਾ ਰਹੇ। ਇਹ ਕਿਉਂ ਇੱਦਾਂ ਸਿਆਸੀ ਖੇਡ ਕਿਉਂ ਬਣ ਗਈ ਨਾ ਮੁੱਦਿਆਂ ਤੇ ਜੀ? ਦੇਖੋ, ਇਹ ਸਰੀ ਦੀ ਬਦਕਿਸਮਤੀ ਹੈ ਕਿ ਜਿਹੜੇ ਆ ਪਿਛਲੇ 3.5 ਸਾਲ ਤੋਂ ਬਣੇ ਨੇ ਆ ਜਿਹੜਾ ਗਰੁੱਪ ਹੈ, ਉਹਦੇ ਵਿੱਚੋਂ ਜਿਹੜਾ ਇੱਕ MLA, ਮੈਂ ਸਰੀ ਪੈਨੋਰਾਮਾ ਦੀ ਗੱਲ ਕਰਨਾ, ਇਹਨਾਂ ਦੀ ਇਫੈਕਟਿਵਨੈਸ ਤੇ ਬਿਲਕੁਲ ਜ਼ੀਰੋ। ਇਹਨਾਂ ਨੂੰ ਗੱਲਾਂ ਬਾਤਾਂ ਬੜੀਆਂ ਕਰਨੀਆਂ ਹੁੰਦੀਆਂ, ਉੱਚੀ ਬੋਲਣਾ ਹੁੰਦਾ, ਖੱਪ ਪਾਣੀ ਆਉਂਦੀ ਹੈ, ਕੰਮ ਨਹੀਂ ਆਉਂਦਾ ਕਰਨਾ। ਇਸੇ ਕਰਕੇ ਇਹਨਾਂ ਦੀ ਏਡੀ ਵੱਡੀ ਇਨਵੈਸਟੀਗੇਸ਼ਨ ਹੋਈ ਹੈ ਕਿਉਂਕਿ ਧਿਆਨ ਕੋਈ ਨਹੀਂ ਇਹਨਾਂ ਦਾ। ਜਿਹੜੇ MLA ਜਾਂ ਜਿਹੜੇ ਮਿਨਿਸਟਰ ਦਾ ਆਪਣੇ ਏਰੀਆ ਬਾਰੇ ਧਿਆਨ ਨੇ, ਉਹਨੂੰ ਤੁਸੀਂ ਦੁਬਾਰਾ ਕਿਉਂ ਵੋਟ ਪਾਓਗੇ? ਸੋ ਇਸ ਕਰਕੇ ਜਿਹੜਾ ਜਾਂ ਸਕੂਲ ਹੋਣ ਜਾਂ ਹਸਪੀਟਲ ਹੋਣ, ਉਹਨਾਂ ਬਾਰੇ ਕਿਸੇ ਦਾ ਧਿਆਨ ਨਹੀਂ ਸੀ। ਟ੍ਰੈਫਿਕ ਬਾਰੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਜਿਹੜੇ ਲੋਕਾਂ ਨੇ ਕਦੀ ਜੌਬ ਹੀ ਨਹੀਂ ਕੀਤਾ ਕ੍ਰੀਏਟ, ਜਿਹਨੇ ਇੱਕ ਕਦੀ ਪਰਸਨਲ ਜੌਬ ਨਹੀਂ ਕ੍ਰੀਏਟ ਕੀਤਾ, ਜਿਹੜੇ ਇੱਕ ਆਰਗੇਨਾਈਜੇਸ਼ਨ ਤੋਂ ਆ ਕੇ ਉਹਨਾਂ ਨੂੰ ਥੋਪਿਆ ਗਿਆ ਵੀ ਤੁਸੀਂ ਇੱਥੇ MLA ਲਈ ਹੋ ਜਾਓ ਖੜੇ, 2-4 ਬੰਦੇ ਇਕੱਠੇ ਕਰ ਲਏ ਤੇ ਬਸ ਤੁਹਾਡਾ ਮੈਂ ਕੰਮ ਹੋਏਗਾ। ਉਹ ਗੱਲਾਂ ਬਿਲਕੁਲ ਗਲਤ ਨੇ। ਉਹ ਆਪਾਂ ਨੂੰ ਸਾਫ਼ ਕਰਨੀਆਂ ਪੈਣੀਆਂ ਨੇ। ਬੜੇ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਮੈਸੇਜ ਭੇਜੋ ਕਿ ਸਰੀ ਦੀ ਜਿਹੜੀ ਪਾਪੂਲੇਸ਼ਨ ਜਿਸ ਹਿਸਾਬ ਨਾਲ ਵੱਧਦੀ ਪਈ ਹੈ, ਉਸ ਹਿਸਾਬ ਨਾਲ ਹੈਲਥ ਸਰਵਿਸਿਜ਼ ਆਪਾਂ ਤੁਸੀਂ ਪ੍ਰੋਵਾਈਡ ਕਰੋ। ਕੋਈ ਆਸਾਨ ਨਹੀਂ ਹੈਗਾ। ਇਹ ਐਕਸਪੈਕਟੇਸ਼ਨ ਦੇ ਨਾਲ ਡਿਮਾਂਡ ਇੱਕ ਕਿਸਮ ਦੀ ਹੋਣੀ ਚਾਹੀਦੀ ਹੈ। 6.5 ਲੱਖ ਦੀ ਆਬਾਦੀ ਹੋ ਗਈ, ਪਤਾ ਨਹੀਂ ਕਿੰਨੀ ਅੱਗੋਂ ਵਧਣੀ ਹੈ। ਮੈਗਾ ਸਿਟੀ ਬਣਨਾ ਤੇ ਅਜੇ 50,000 ਵਾਲਾ ਹੀ ਕੰਮ ਚੱਲਦਾ ਪਿਆ। ਸੋ ਇਹ ਗੱਲਾਂ ਮੈਂ ਤੁਹਾਡੀ ਗੱਲ ਸਮਝਣਾ ਵੀ ਲੋਕੀ ਕਹਿੰਦੇ ਨੇ ਇਹ ਗੱਲ ਕਿਉਂ ਨਹੀਂ ਕਰਦੇ। ਇਹ ਗੱਲ ਕਰਨੀ ਬਣਦੀ ਹੈ, ਚਾਹੀਦੀ ਕਰਨੀ, ਕਿਉਂਕਿ ਇਲੈਕਸ਼ਨ ਦੇ ਵਿੱਚ 28-32 ਦਿਨ ਦੇ ਵਿੱਚ ਕੀ ਹੋਣਾ? ਗੱਲਾਂ ਬਾਤਾਂ ਜੀ ਬਸ ਨਾ ਕਿਸੇ ਨਾਲ ਤੁਸੀਂ ਮਿਲ ਸਕਦੇ ਹੋ, ਨਾ ਡੋਰ ਨੌਕ ਤੇ ਜਾ ਸਕਦੇ ਹੋ, ਛੋਟੀਆਂ ਗੈਦਰਿੰਗ ਕਰ ਸਕਦੇ ਹੋ। ਤਾਂ ਜਿਹੜੀ 42,000 ਦੀ ਜਿਹੜੇ ਵੋਟਰਸ ਨੇ ਉਹਨਾਂ ਨੂੰ ਇਨਫੋਰਮੇਸ਼ਨ ਤੁਹਾਡੇ ਥਰੂ ਪਹੁੰਚਾਉਣੀ ਹੈ। ਸੋ ਕਈ ਵਾਰੀ ਬੜੀ ਫਰਸਟ੍ਰੇਸ਼ਨ ਹੁੰਦੀ ਹੈ, ਪਰ ਸਾਡੇ ਕੋਲ ਚੋਇਸ ਕੋਈ ਨਹੀਂ। ਮੈਂ ਚਾਹੁੰਦਾ ਵੀ ਮਿਲਾਂ, ਪਰ ਇੱਕੋ ਤਰੀਕਾ ਮਿਲਣ ਦਾ ਥਰੂ ਹੀ ਹੈ। ਰਾਈਟਿੰਗ ਦੇ ਜਿਹੜੇ ਵੋਟਰਸ ਨੇ ਉਹਨਾਂ ਨੂੰ ਤੁਸੀਂ ਚੈਨਲ ਪੰਜਾਬੀ ਦੇ ਜ਼ਰੀਏ ਕੋਈ ਸੁਨੇਹਾ ਦੇਣਾ ਚਾਹੋ ਜੀ? ਮੈਂ ਨਾ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਰੀ ਪੈਨਾਰਾਮ ਦੀ ਜਿਹੜੀ ਰਾਈਟਿੰਗ ਹੈ ਬੜੀ ਇੰਪੋਰਟੈਂਟ ਹੈ। ਇਸ ਰਾਈਟਿੰਗ ਦੇ ਬੜੇ ਜਿਹੜੇ ਮੁੱਦੇ ਨੇ ਤਕਰੀਬਨ ਸਰੀ ਵਰਗੇ ਨੇ, ਪਰ ਮੈਂ ਇੱਥੇ ਰਹਿ ਰਿਹਾ ਪਿਛਲੇ ਕੋਈ 25 ਸਾਲ ਤੋਂ। ਇੱਥੇ ਮੈਂ ਕੰਮ ਕਰਨਾ, ਇੱਥੇ ਮੇਰੀ ਫੈਮਿਲੀ, ਇੱਥੇ ਮੈਂ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। 2001 ਦੇ ਵਿੱਚ ਮੈਂ ਹਿੱਸਾ ਇੱਕ ਰੈਪਰੈਜ਼ੈਂਟ ਵੀ ਕੀਤਾ ਸੀ। ਇੱਥੇ ਮੈਂ ਆਲਰੇਡੀ ਮੈਨੂੰ ਐਕਸਪੀਰੀਅੰਸ ਹੈਗਾ ਅਤੇ ਮੈਂ ਸਮਝਦਾ ਵੀ ਕਿ ਮੈਂ ਇਸ ਮੇਰੇ ਕੋਲ ਕੈਪੇਬਿਲਿਟੀ ਹੈਗੀ ਹੈ ਅਤੇ ਪੈਸ਼ਨ ਹੈ ਟੂ ਸਰਵ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਤੁਸੀਂ ਮੇਰਾ ਰੈਕਡ ਦੇਖ ਕੇ, ਪੁਰਾਣਾ ਅਤੇ ਪ੍ਰੈਜ਼ੈਂਟ ਦੇਖ ਕੇ ਮੈਨੂੰ ਤੁਸੀਂ ਵੋਟਾਂ ਪਾਓ ਅਤੇ ਕਾਮਯਾਬ ਕਰੋ ਅਤੇ ਸਰੀ ਪੈਨੋਰਾਮਾ ਤੋਂ NDP ਤੋਂ ਖਲਾਸੀ ਕਰਾਓ ਅਤੇ ਤਾਂ ਕਿ ਅਸੀਂ ਸਰਕਾਰ ਬਣਾ ਸਕੀਏ।
ਦੋਸਤੋ ਅਸੀਂ ਹੁਣ ਆਏ ਹਾਂ ਹੈਰੀ ਬੈਂਸ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ। ਅਸੀਂ ਨਿਊਟਨ ਦੇ ਵਿੱਚ ਇਸ ਵੇਲੇ ਖੜੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਰੀ ਬੈਂਸ ਉਹਨਾਂ ਨੂੰ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ, ਪਿਛਲੇ ਲੰਬੇ ਸਮੇਂ ਤੋਂ ਨਿਊਟਨ ਤੋਂ MLA ਨੇ। ਪੌਲ ਬੋਪਾਰਾਏ ਉਹਨਾਂ ਦੇ ਅਪੋਜ਼ਿਟ ਜਿਹੜੇ ਇਲੈਕਸ਼ਨ ਲੜ ਰਹੇ ਨੇ BC ਲਿਬਰਲ ਵੱਲੋਂ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਹੈਰੀ ਬੈਂਸ ਉਹਨਾਂ ਨਾਲ ਉਹਨਾਂ ਦੀ ਕੈਂਪੇਨ ਬਾਰੇ, ਇਸ ਵੇਲੇ ਕਿਹੜੇ ਇਸ਼ੂਜ਼ ਆ, ਕੁਛ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਹਾਂ। ਬੈਂਸ ਸਾਹਿਬ, ਕਿੱਦਾਂ ਚੱਲ ਰਹੀ ਜੀ ਕੈਂਪੇਨ, ਕੀ ਲੋਕਾਂ ਦਾ ਰਿਸਪੌਂਸ ਆ? ਕੈਂਪੇਨ ਬਹੁਤ ਵਧੀਆ ਚੱਲ ਰਹੀ ਆ। ਵੈਸੇ ਲੋਕਾਂ ਦਾ ਇੰਟਰਸਟ ਬਹੁਤ ਜ਼ਿਆਦਾ ਹੈ ਇਸ ਵਾਰੀ, ਭਾਵੇਂ ਕਿ ਕੋਵਿਡ-19 ਕਰਕੇ ਲੋਕੀ ਥੋੜ੍ਹੇ ਜਿਹੇ ਸੇਫਟੀ ਦੇ ਵਿੱਚ ਰਹਿ ਕੇ ਵੋਟ ਪਾਉਣਾ ਚਾਹੁੰਦੇ ਆ, ਪਰ ਇਸੇ ਕਰਕੇ 7 ਲੱਖ ਦੇ ਲਾਗੇ ਜਿਹੜੀ ਆ ਮੇਲ ਇਨ ਬੈਲਟ ਚਲੀ ਗਈ। ਸੋ ਸ਼ੋਅ ਕਰਦੇ ਲੋਕੀ ਪਾਰਟਿਸਿਪੇਟ ਕਰਨਾ ਚਾਹੁੰਦੇ ਆ। ਕੈਂਪੇਨ ਸਾਡੀ ਬੜੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਆ, ਲੋਕਾਂ ਨਾਲ ਮਿਲ ਰਹੇ ਆ ਦੂਰ ਰਹਿ ਕੇ, ਪਰ ਉਹ ਬਾਕੀਆਂ ਸਾਲਾਂ ਨਾਲੋਂ ਕੈਂਪੇਨ ਡਿਫਰੈਂਟ ਆ। ਡੋਰ ਨੌਕਿੰਗ ਨਹੀਂ ਹੋ ਰਹੀ, ਪਰ ਅਸੀਂ ਫੋਨ 'ਤੇ ਤਾਂ ਹੋਰ ਜਿਹੜਾ ਵਰਚੁਅਲੀ ਮੀਟਿੰਗਸ ਹੋ ਰਹੀਆਂ, ਪਰ ਲੋਕਾਂ ਦਾ ਇੰਟਰਸਟ ਕਾਫੀ ਹੈਗਾ। ਮੈਂ ਸਭ ਪੁਰਾਣੇ ਤੁਸੀਂ ਰਾਜਨੀਤੀ ਦੇ ਵਿੱਚੋਂ ਕਈ ਚੋਣਾਂ ਤੁਸੀਂ ਲੜੀਆਂ, ਜਿੱਤੀਆਂ, ਇਸ ਵਾਰੀ ਕਿੱਦਾਂ ਲੱਗਦਾ ਵੀ ਜਿੱਤ ਰਹੇ ਹੋ? ਕਿੱਥੇ ਕਾ ਮਾਰਜਨ, ਜਾਂ ਇਹ ਇਸ ਵਾਰ ਇਹਨੂੰ ਲੜਾਈ ਨੂੰ ਕਿੱਦਾਂ ਲੈ ਰਹੇ ਹੋ ਪਿਛਲੇ ਸਾਲਾਂ ਦੇ ਮੁਕਾਬਲੇ? ਦੇਖੋ, ਮੈਂ ਹਮੇਸ਼ਾ ਇਹ ਦੇਖ ਕੇ ਚੱਲਿਆ ਕਿ ਲੋਕਾਂ ਨੂੰ ਜਿਹੜੀਆਂ ਆਪਣੀਆਂ ਇਸ਼ੂਜ਼ ਹੈਗੇ ਉਹਨਾਂ ਦੇ ਉੱਤੇ ਗੱਲ ਕਰਕੇ ਵੀ ਕੀ ਅਸੀਂ ਪਿਛਲੇ 3 ਸਾਲ ਅਸੀਂ ਗੌਰਮੈਂਟ 'ਚ ਰਹੇ ਕਿ ਅਸੀਂ ਉਹਨਾਂ ਦੇ ਉਤਰ ਸਕੇ ਹਾਂ। ਜਿਹੜਾ ਅਸੀਂ ਪ੍ਰੋਮਿਸ ਕੀਤੇ ਸੀ ਕਿ ਡਿਲੀਵਰ ਕੀਤੇ, ਜਿਹੜੇ ਕਿ ਅਸੀਂ 80% ਡਿਲੀਵਰ ਕਰ ਚੁੱਕੇ ਹਾਂ। ਜੇ ਖਾਸ ਸਰੀ ਦੀ ਗੱਲ ਕਰੀਏ, ਟੋਲਸ ਦੀ ਗੱਲ ਕੀਤੀ ਸੀ, ਟੋਲ ਖਤਮ ਕਰਤੇ। MSP ਪ੍ਰੀਮੀਅਮਸ ਦੀ ਗੱਲ ਕੀਤੀ, ਖਤਮ ਹੋ ਗਈ। ਅਸੀਂ ਕਿਹਾ ਸੀ ਕਿ ਸਕੂਲ ਬਣਾਵਾਂਗੇ ਤਾਂ ਕਿ ਲੋਕੀ ਜਿਹੜੇ ਸਾਡੇ ਬੱਚੇ ਹੈਗੇ ਰੀਅਲ ਕਲਾਸਰੂਮ 'ਚ ਪੜ੍ਹਨ। ਇਸ ਵੇਲੇ 9000 ਸਟੂਡੈਂਟ ਸੀਟ ਬਣ ਰਹੀ ਆ, ਤਿਆਰੀ ਹੋ ਰਹੀ ਆ, ਉਹਨਾਂ ਦੀਆਂ ਬਿਲਡਿੰਗ ਜਿਹੜੀਆਂ ਤਿਆਰ ਹੋ ਰਹੀਆਂ, ਕੰਸਟਰਕਸ਼ਨ ਚੱਲ ਰਹੀ ਆ, ਤੇ ਤਾਂ ਕਿ ਅਸੀਂ ਜਲਦੀ ਉਹਨਾਂ ਨੂੰ ਪੋਰਟੇਬਲ 'ਚੋਂ ਕੱਢ ਕੇ ਤਾਂ ਰੀਅਲ ਕਲਾਸ ਵਿੱਚ ਜਾਈਏ। ਕੱਲ੍ਹ ਅਨਾਊਂਸਮੈਂਟ 1000 ਦੀ ਅਸੀਂ ਹੋਰ ਅਨਾਊਂਸਮੈਂਟ ਕੀਤੀ ਹੈ, ਕਿਉਂਕਿ ਅਸੀਂ ਆਉਣ ਵਾਲੇ ਫਿਊਚਰ ਵੀ ਦੇਖਦੇ ਹਾਂ। ਫਿਰ ਅਸੀਂ ਗੱਲ ਕਰਦੇ ਸੀਗੇ ਕਿ ਜਿਹੜਾ ਸਾਡੇ ਹੈਲਥ ਕੇਅਰ ਜਿਹੜਾ ਸਿਸਟਮ ਹੈਗਾ, ਉਹ 'ਤੇ ਕਾਫੀ ਬੋਝ ਸੀਗਾ। ਕਈ ਘੰਟੇ ਲੋਕਾਂ ਨੂੰ ਐਮਰਜੈਂਸੀ ਵਿੱਚ ਵੇਟ ਕਰਨਾ ਪੈਂਦਾ ਸੀ। ਸੈਕੰਡ ਹਸਪਤਾਲ ਦੀ ਲੋੜ ਸੀ, ਉਹਦੀ ਤਿਆਰੀ ਹੋ ਰਹੀ ਆ। ਬਿਜ਼ਨਸ ਪਲਾਨ ਆ ਜਾਣੀ 1 ਮਹੀਨੇ ਹੋਰ 2 ਮਹੀਨਿਆਂ ਤੱਕ, ਤਾਂ ਕਿ ਉਹਦੀ ਉਸਾਰੀ ਸ਼ੁਰੂ ਹੋ ਜਾਏ। ਫਿਰ ਜਿਹੜਾ ਸਾਡਾ ਚਾਈਲਡ ਕੇਅਰ ਹੈ, ਆਮ ਤੁਹਾਨੂੰ ਪਤਾ ਵੀ ਬੱਚੇ ਦੋਨੇ ਪੇਰੈਂਟਸ ਨੂੰ ਕੰਮ ਕਰਨਾ ਪੈਂਦਾ, ਮਹਿੰਗਾਈ ਇੰਨੀ ਹੋ ਚੁੱਕੀ ਆ ਵੀ ਬੱਚੇ ਕਿੱਥੇ ਛੱਡਣ, ਜੇ ਉਹਨਾਂ ਨੂੰ ਜਗ੍ਹਾ ਮਿਲਦੀ ਤਾਂ ਮਹਿੰਗੀ ਬਹੁਤ ਆ। ਉਹਦੇ ਲਈ ਵੀ ਅਸੀਂ 2300 ਸਰੀ ਦੇ ਵਿੱਚ ਹੀ ਨਵੀਂ ਜਿਹੜੀ ਹੈਗੀ ਆ ਚਾਈਲਡ ਕੇਅਰ ਸਪੇਸ ਨੂੰ ਫੰਡਿੰਗ ਕਰ ਰਹੇ ਹਾਂ। ਮੈਨੂੰ ਬੜੀ ਖੁਸ਼ੀ ਆ ਕਿ ਸਾਡਾ ਖਾਲਸਾ ਚਾਈਲਡ ਕੇਅਰ ਸੈਂਟਰ ਬਣਿਆ ਹੋਇਆ, ਉਹਨੂੰ ਪੈਸੇ ਮਿਲੇ ਤਾਂ ਕਿ ਨਵੀਂ ਬਿਲਡਿੰਗ ਬਣਾ ਕੇ ਹੋਰ ਐਕਸਪੈਂਡ ਹੋ ਸਕਣ। ਅਤੇ ਇਹ ਸਾਰੇ ਕੁਝ ਜਿਹੜੇ ਅਸੀਂ ਵਾਅਦੇ ਕਿਤੇ ਹੋ ਰਹੇ ਆ। ਅਤੇ ਦੂਜਾ, ਗਾਂਹ ਜਾ ਕੇ ਵੀ ਦੇਖਣ ਦੀ ਲੋੜ ਹੈਗੀ, ਅੱਗੇ ਕੀ ਕਰਨਾ ਅਸੀਂ। ਸਾਡਾ ਵਿਜ਼ਨ ਇਹ ਹੈਗਾ ਵੀ ਸਰੀ ਹੋਰ ਕਿਹੋ ਜਿਹੀ ਹੋਏਗੀ, ਸਾਡਾ ਸੂਬਾ ਕਿਹੋ ਜਿਹਾ ਹੋਏਗਾ। ਅਸੀਂ ਇੱਥੇ ਦੇਖਿਆ ਵੀ ਡਾਕਟਰਾਂ ਦੀ, ਨਰਸਾਂ ਦੀ ਘਾਟ ਹੈਗੀ ਆ। ਇੱਕ ਸਾਡੇ ਕੋਲ ਮੈਡੀਕਲ ਸਕੂਲ ਹੈਗਾ UBC ਦੇ ਅੰਡਰ, ਅਸੀਂ ਕਹਿੰਦੇ ਇੱਕ ਹੋਰ ਚਾਹੀਦਾ ਆ ਜਿਹੜਾ ਮੈਡੀਕਲ ਸਕੂਲ, ਜੋ ਵੀ ਸਰੀ ਦੇ ਵਿੱਚ ਹੋਏਗਾ। ਉਹ ਕੱਲ੍ਹ ਤੁਹਾਨੂੰ ਪਤਾ ਪ੍ਰੀਮੀਅਰ ਸਾਹਿਬ ਆਏ ਸੀ, ਅਨਾਊਂਸ ਕਰ ਗਏ ਆ ਸਾਡੇ ਹੈਲਥ ਮਿਨਿਸਟਰ ਕਿ SFU ਦੇ ਨਾਲ ਉਹ ਅਟੈਚ ਹੋਏਗਾ। 2 ਸਾਡੇ ਹਸਪਤਾਲ ਹੋਣਗੇ ਜਿੱਥੇ ਟ੍ਰੇਨਿੰਗ ਮਿਲ ਸਕਿਆ ਕਰੇਗੀ ਉਹਨਾਂ ਨੂੰ। ਸੋ ਉਹ ਸਾਡੇ ਆਉਣ ਵਾਲੇ ਸਮੇਂ ਵਿੱਚ ਉਹਦੀ ਲੋੜ ਆ। ਫਿਰ ਸਾਡੇ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਡਿਮਾਂਡ ਸੀ, ਘਾਟ ਸੀਗੀ ਕਿ ਸਾਡੇ ਜਿਹੜੇ ਪੁਰਾਣੇ ਕੰਮ ਸਾਡੇ ਲੋਕਾਂ ਨੇ ਕੀਤੇ ਆ, ਜਿਹੜੀਆਂ ਘਾੜੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਿੱਦਾਂ ਕੀਤਾ ਜਾਵੇ, ਯਾਦਗਾਰੀ ਕਿੱਦਾਂ ਬਣਾਈ ਜਾਵੇ ਉਹਦੇ ਵਾਸਤੇ। ਅਤੇ ਅੱਜ ਦਾ ਜਿਹੜੀਆਂ ਸਕਸੈਸ ਸਟੋਰੀਜ਼ ਹੈ ਉਹ ਕਿੱਦਾਂ ਦੱਸੀਆਂ ਜਾਣ ਆਉਣ ਵਾਲੀ ਜਨਰੇਸ਼ਨ ਨੂੰ। ਉਹਦੇ ਲਈ ਅਸੀਂ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਬਣਾਉਣ ਦੀ ਗੱਲ ਕੀਤੀ ਆ, ਜਿਹਦੇ ਵਿੱਚ ਅਸੀਂ ਅੱਜ ਦੀਆਂ ਪ੍ਰਾਪਤੀਆਂ ਨੂੰ ਸੈਲੀਬ੍ਰੇਟ ਕਰਾਂਗੇ। ਪਿਛਲੇ ਲੋਕਾਂ ਦੇ ਜਿਹੜਾ ਘੋਲ ਉਹ ਨਹੀਂ ਕੀਤੇ ਆ, ਉਹਨਾਂ ਨੇ ਘਾਲਣਾ ਕੀਤੀਆਂ, ਸਾਡੇ ਇਹੋ ਜਿਹਾ ਸੂਬਾ ਦੇਣ ਵਾਸਤੇ ਉਹਨੂੰ ਯਾਦ ਕੀਤਾ ਜਾਏਗਾ। ਅਤੇ ਆਉਣ ਵਾਲੇ ਫਿਊਚਰ ਵਾਸਤੇ ਲੋਕ ਉਹ ਤੋਂ ਸੇਧ ਲੈ ਕੇ ਇਸ ਦੇਸ਼ ਨੂੰ, ਇਸ ਸੂਬੇ ਨੂੰ ਹੋਰ ਵੀ ਵਧੀਆ ਬਣਾਉਣ ਵਿੱਚ ਆਪਣੇ ਵਚਨਬੱਧ ਹੋਣਗੇ। ਸੋ ਆਈ ਥਿੰਕ ਜੇ ਦੇਖਿਆ ਜਾਵੇ ਕਿ ਇਹ ਜਿਹੜੀ ਪੋਲੀਟਿਕਸ ਆ, ਇਹ ਚੋਇਸਿਸ ਆ। ਮੈਂ ਆਇਆ ਸੀਗਾ ਪੋਲੀਟਿਕਸ ਦੇ ਵਿੱਚ ਕਿ ਚੇਂਜਸ ਲਿਆਉਣੀ ਆ। ਵਰਕਰਸ ਰਾਈਟ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਮੂਹਰੇ ਕਰਨਾ, ਕਿਉਂਕਿ ਅੱਗੇ ਵਰਕਰਸ ਨੂੰ ਡਿਸਰਿਸਪੈਕਟ ਤੇ ਕੰਟੈਂਪਟ ਸ਼ੋਅ ਕੀਤੀ ਪਹਿਲੀ ਸਰਕਾਰ ਨੇ। 10 ਸਾਲ ਮਿਨੀਮਮ ਵੇਜ ਫਰੀਜ਼ ਕਰੀ ਗਏ, ਉੱਪਰ ਵਾਲਿਆਂ ਨੂੰ ਟੈਕਸ ਬ੍ਰੇਕ ਦਿੱਤਾ। ਸੋ ਅਸੀਂ ਕਿਹਾ ਨਹੀਂ, ਗਲਤ ਗੱਲ ਆ ਵੀ ਮਿਨੀਮਮ ਵੇਜ ਜਿਹੜੀ ਲੋਅਸਟ ਪੇਡ ਵਰਕਰ ਆ ਉਹਨਾਂ ਨੂੰ ਵੀ ਰਿਸਪੈਕਟ ਮਿਲਣੀ ਚਾਹੀਦੀ, ਫੇਅਰ ਵੇਜ ਮਿਲਣੀ ਚਾਹੀਦੀ ਆ। ਅਸੀਂ ਲੋਅਸਟ ਕੰਟਰੀ ਦੇ ਵਿੱਚ ਲੋਅਸਟ ਮਿਨੀਮਮ ਵੇਜ ਤੋਂ ਹੁਣ ਵਨ ਆਫ ਦਾ ਹਾਈਐਸਟ 'ਤੇ ਚਲੇ ਗਏ ਆ। ਆਉਣ ਵਾਲੇ ਸਾਲ ਦੇ ਵਿੱਚ $15.20 ਹੋ ਜਾਣੀ ਜੂਨ 1 ਤੋਂ। ਫਿਰ ਟੈਂਪਰੇਰੀ ਫੋਰਨ ਵਰਕ ਦਾ ਬੁਰਾ ਹਾਲ ਸੀ ਇੱਥੇ, ਉਹਨਾਂ ਵਾਸਤੇ ਪ੍ਰੋਟੈਕਸ਼ਨ ਲੈ ਕੇ ਆਏ ਹਾਂ। ਵਰਕਰ ਕੰਪਨਸੇਸ਼ਨ 'ਤੇ ਵਰਕਰਾਂ ਦੀ ਹਾਲਾਤ ਬੁਰੀ ਸੀਗੀ, ਉਹਨਾਂ ਵਿੱਚ ਚੇਂਜਸ ਅਸੀਂ ਲੈ ਕੇ ਆਏ ਹਾਂ। ਇੰਪਲੋਇਮੈਂਟ ਸਟੈਂਡਰਡ ਦੇ ਵਿੱਚ ਜਿਹੜੇ ਵਰਕਰ ਆ ਜਿਨ੍ਹਾਂ ਦਾ ਹੱਕ ਮਾਰ ਲਏ ਸੀ ਕੁਛ ਇੰਪਲੋਇਰ,
ਉਹਨਾਂ ਮੂਹਰੇ ਬੈਰੀਅਰਸ ਲਗਾਏ ਹੋਏ ਸੀਗੇ, ਜਿਹਨੂੰ ਕਹਿੰਦੇ ਨੇ ਸੈਲਫ ਹੈਲਪ ਕਿੱਟ ਨਾਂ ਦੀ। ਦਫ਼ਤਰ ਅੱਧੇ ਬੰਦ ਹੋ ਗਏ, ਅੱਧਾ ਸਟਾਫ ਘਟਾਇਆ ਹੋਇਆ ਸੀਗਾ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਸੀ, ਜੇ ਸੁਣਦੇ ਸੀ 6-7 ਮਹੀਨੇ ਲੱਗ ਜਾਂਦੇ ਸੀ। ਅਸੀਂ ਉੱਥੇ ਸਟਾਫ ਵੀ ਵਧਾਇਆ ਤੇ ਅਸੀਂ ਉਹ ਚੇਂਜਸ ਵੀ ਲਿਆਂਦੀਆਂ, ਸੈਲਫ ਹੈਲਪ ਕਿੱਟ ਖਤਮ ਕਰ ਦਿੱਤੀ। ਮਤਲਬ ਅਸੀਂ ਵਰਕਰ ਤੇ ਬਿਜ਼ਨਸ ਨੂੰ ਬਰਾਬਰ ਰੱਖ ਕੇ ਚੱਲਦੇ ਹਾਂ, ਨਾ ਕਿ ਸਿਰਫ ਉੱਪਰ ਵਾਲਿਆਂ ਨੂੰ ਜਿਹੜੇ ਮਲਟੀਨੈਸ਼ਨਲਸ ਆ, ਸੁਪਰ ਰਿਚ ਹੈਗਾ, ਉਹਨਾਂ ਨੂੰ ਟੈਕਸ ਬ੍ਰੇਕ ਦੇਈ ਜਾਓ ਜਿੱਦਾਂ ਪਹਿਲੀ ਸਰਕਾਰ ਕਰਦੀ ਸੀ। ਸਾਰਿਆਂ ਨੂੰ ਬੈਲੈਂਸ ਰੱਖ ਕੇ ਅਪਰੋਚ ਆ ਸਾਡੀ। ਇਸੇ ਕਰਕੇ ਅੱਜ ਅਸੀਂ ਲੋਕਾਂ ਕੋਲ ਜਾ ਰਹੇ ਹਾਂ ਕਿ 3 ਸਾਲ ਜੇ ਤੁਹਾਨੂੰ ਚੰਗਾ ਲੱਗਾ, ਆਉਣ ਵਾਲੇ 4 ਸਾਲ ਤੁਸੀਂ ਹੋਰ ਮੌਕਾ ਦਿਓ ਤੇ ਜਿਹੜੇ ਕੰਮ ਅਸੀਂ ਸ਼ੁਰੂ ਕੀਤੇ ਆ ਉਹਨਾਂ ਨੂੰ ਸਿਰੇ ਚਾੜ ਸਕੀਏ। ਜਿਹੜੇ ਨਵੇਂ ਅਸੀਂ ਅਨਾਉਂਸ ਕਰ ਰਹੇ ਹਾਂ, ਮੈਡੀਕਲ ਸਕੂਲ ਦੀ ਗੱਲ ਕਰਦੇ ਹਾਂ, ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਦੀ ਗੱਲ ਕਰਦੇ ਹਾਂ, ਇਹੋ ਜਿਹਾ ਪ੍ਰੋਗਰਾਮ ਅਸੀਂ ਨਵੇਂ ਜਿਹੜੇ ਆ ਉਹਨਾਂ ਨੂੰ ਫਿਰ ਉੱਥੋਂ ਵੀ ਸ਼ੁਰੂ ਕਰ ਸਕੀਏ। ਜੀ ਬਿਲਕੁਲ ਬੈਂਸ ਸਾਹਿਬ, ਜਿੱਦਾਂ ਤੁਸੀਂ ਦੱਸਿਆ NDP ਆਮ ਤੌਰ ਤੇ ਜਾਣੀ ਜਾਂਦੀ ਹੈ ਵਰਕਰਸ ਦੇ ਲਈ, ਯੂਨੀਅਨਸ ਦੇ ਲਈ, ਜਾਂ ਜਿਹੜੇ ਹੇਠਲੇ ਪੱਧਰ ਤੇ ਕੰਮ ਕਰਦੇ, ਤੁਸੀਂ ਕੰਮ ਵੀ ਕੀਤੇ ਆ। MSP ਵਾਲਾ ਮੁੱਦਾ ਜਾਂ ਜਿਹੜਾ ਲੋ ਮਿਨੀਮਮ ਵੇਜਸ ਸੀ ਉਹਨੂੰ ਅਪ ਕੀਤਾ, ਇਹ ਬਹੁਤ ਚੰਗੀ ਗੱਲ ਹੋਈ ਆ। ਇੱਕ ਸਵਾਲ ਇੱਥੇ ਹੈਗਾ, 2-3 ਇਸ਼ੂਜ਼ ਇਸ ਵਾਰ ਉੱਠ ਰਹੇ ਆ ਜਿਹੜੇ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਸੀਗੇ। ਮੈਸੀ ਟਨਲ ਬਹੁਤ ਵਾਰੀ ਬ੍ਰਿਜ ਦੀ ਗੱਲ ਹੋਈ ਆ, ਜਾਂ ਜਿਹੜੀ ਪਾਈਪਲਾਈਨ ਐਕਸਪੈਂਸ਼ਨ ਦੀ ਗੱਲ ਸੀਗੀ, ਸਾਈਟ ਸੀ ਡੈਮ ਦੀ ਗੱਲ ਸੀਗੀ। ਇੱਕ ਗੱਲ ਇੱਥੇ ਅਸੀਂ ਜਾਣਨਾ ਚਾਹੁੰਦੇ, ਜਾਂ ਲੋਕ ਵੀ ਜਾਣਨਾ ਚਾਹੁੰਦੇ ਆ, ਵੀ ਇੱਕ ਇੰਜੀਨੀਅਰ ਜਿਹੜੇ ਆ ਜਾਂ ਕੋਈ ਸਰਵੇਅਰ ਆ, ਜਿਹੜੇ ਸਾਇੰਟਿਸਟ ਆ, ਉਹ ਫੈਸਲਾ ਕਰਦੇ ਆ ਕਿਸੇ ਬਾਰੇ। ਸਾਈਟ ਸੀ ਦੇ ਉੱਥੇ ਡੈਮ ਬਣਨਾ ਚਾਹੀਦਾ ਸੀ ਜਾਂ ਨਹੀਂ ਬਣਨਾ ਚਾਹੀਦਾ, ਇੱਥੇ ਬ੍ਰਿਜ ਠੀਕ ਆ ਜਾਂ ਟਨਲ ਠੀਕ ਆ, ਜਿਹੜੀ ਪਾਈਪਲਾਈਨ ਆ ਦੀ ਐਕਸਪੈਂਸ਼ਨ ਵਾਤਾਵਰਨ ਲਈ ਸਾਰਿਆਂ ਲਈ ਠੀਕ ਆ ਜਾਂ ਨਹੀਂ ਠੀਕ ਆ। ਇਹ ਉਹਨਾਂ ਦੇ ਫੈਸਲੇ ਹੁੰਦੇ ਆ, ਜਾਂ ਇਹਦੇ ਪਿੱਛੇ ਪੋਲੀਟੀਕਲ ਪਾਰਟੀਆਂ ਹੁੰਦੀਆਂ। ਲਿਬਰਲ ਪਾਰਟੀ ਕਹਿੰਦੀ ਹੈ ਇੱਥੇ ਬ੍ਰਿਜ ਬਣੂਗਾ ਜਾਰਜ ਮੈਸੀ ਟਨਲ ਤੇ, ਤੁਸੀਂ ਉਹਨੂੰ ਰੋਕ ਦਿੱਤਾ। ਇਹ ਕੀ ਫਿਰ ਉਹ ਇੰਜੀਨੀਅਰ ਸਾਇੰਟਿਸਟ ਵੀ ਬਦਲ ਜਾਂਦੇ ਆ ਪਾਰਟੀਆਂ ਬਦਲਣ ਦੇ ਨਾਲ ਵੀ, ਜਿਹੜੇ ਇੱਕ ਵੱਡੇ ਫੈਸਲੇ ਬਦਲ ਦਿੱਤੇ ਜਾਂਦੇ ਆ ਦੂਜੀਆਂ ਪਾਰਟੀਆਂ ਨਾਲ? ਮੰਨ ਲਓ ਕੱਲ੍ਹ ਨੂੰ ਲਿਬਰਲ ਆ ਜਾਂਦੀ, ਹੋ ਸਕਦਾ ਉਹ ਇਸ ਫੈਸਲੇ ਨੂੰ ਫੇਰ ਉਲਟ ਦੇਣ ਕਿ ਨਹੀਂ ਜੀ ਅਸੀਂ ਤਾਂ ਪਹਿਲੇ ਵਾਲੇ ਪਲਾਨ ਨੂੰ ਜਿਹੜਾ ਅੱਗੇ ਕਰਾਂਗੇ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ। ਦੇਖੋ, ਜਦੋਂ ਤੁਸੀਂ ਚੁਣਦੇ ਹੋ ਕਿਸੇ ਸਰਕਾਰ ਨੂੰ, ਪੋਲੀਟੀਸ਼ੀਅਨ ਨੂੰ ਚੁਣਦੇ ਹੋ, ਪ੍ਰੀਮੀਅਮ ਕੈਬਨਿਟ ਬਣਦੀ ਆ, ਉਹ ਪਾਲਿਸੀ ਦੀ ਸੇਧ ਦਿੰਦੇ ਆ। ਉਹਨਾਂ ਨੇ ਪਾਲਿਸੀ ਡਿਟਰਮਿਨ ਕਰਨੀ ਆ ਕਿ ਅਸੀਂ ਇਨਫਰਾਸਟ੍ਰਕਚਰ ਦੇ ਫॉर ਐਗਜ਼ਾਮਪਲ ਕਿੰਨੇ ਪੈਸੇ ਲਾਉਣੇ ਆ, ਜਿਹਦੇ ਨਾਲ ਹਸਪਤਾਲ ਬਣਨੇ, ਸਕੂਲ ਬਣਨੇ, ਬ੍ਰਿਜਸ ਬਣਨੇ। ਫਿਰ ਉਹ ਥੱਲੇ ਉਹ ਪ੍ਰਾਇੋਰਟੀ ਬਣ, ਕਿੱਥੇ ਲੋੜ ਮੁਤਾਬਕ ਕਿੱਥੇ ਜ਼ਰੂਰਤ ਹੈਗੀ ਆ, ਫਿਰ ਉਹ ਕਿਹੋ ਜਿਹੀ ਟੈਕਨੋਲੋਜੀ ਆਏਗੀ ਜਿਹਨੂੰ ਆਪਾਂ ਠੀਕ ਕਰਨਾ। ਜੇ ਤੁਸੀਂ ਦੇਖਿਆ ਜਾਵੇ, ਹੁਣ ਮੈਸੀ ਟਨਲ ਦੀ ਗੱਲ ਆ, ਠੀਕ ਆ, ਉਹਦੇ ਵਿੱਚ ਸਾਰੇ ਮੰਨਦੇ ਆ ਕਿ ਉਹ ਕ੍ਰਾਸਿੰਗ ਨੂੰ ਵਧਾਉਣ ਦੀ ਲੋੜ ਆ। ਪਹਿਲੀ ਸਰਕਾਰ ਆਈ, ਉਹਨਾਂ ਨੇ ਕਿਹਾ ਤਾਂ ਨਹੀਂ ਅਸੀਂ ਤਾਂ 10 ਲੇਨ ਦਾ ਬ੍ਰਿਜ ਬਣਾਉਣਾ, ਉਹ ਵੀ ਟੋਲ ਲੱਗੇਗਾ ਉੱਤੇ। ਅਸੀਂ ਆਏ ਹਾਂ, ਅਸੀਂ ਕਹਿੰਦੇ ਵੀ ਜੇ ਟੋਲ ਬ੍ਰਿਜ ਬਣਾਉਂਦੇ ਆ ਤਾਂ ਫੈਡਰਲ ਸਰਕਾਰ ਇੱਕ ਆਨਾ ਨਹੀਂ ਦਿੰਦੀ ਉਹਦਾ। ਇਹ ਉਹਨਾਂ ਦੀ ਪਾਲਿਸੀ ਹੈ ਕਿ ਟੋਲ ਬ੍ਰਿਜ ਵਾਸਤੇ ਪੈਸੇ ਨਹੀਂ ਦਿੰਦੇ ਉਹ। ਇਹਦਾ ਮਤਲਬ ਸਾਡੇ ਆਪਣੇ ਪੈਸੇ ਤਾਂ ਫੈਡਰਲ ਸਰਕਾਰ ਵਾਲਾ ਹਿੱਸਾ ਸਾਰੇ ਲੋਕਾਂ ਦੀ ਜੇਬ 'ਚੋਂ, ਮੋਟਰਸ ਦੀ ਜੇਬ 'ਚੋਂ ਜਾਣੇ ਸੀ। ਅਸੀਂ ਕਹਿੰਦੇ ਆ ਵੀ ਉਹ ਪਾਲਿਸੀ ਗਲਤ ਆ। ਅਸੀਂ ਦੂਜਾ ਉਹਦੇ ਨਾਲ ਇਹ ਸੀਗਾ ਕਿ ਸਾਰੇ ਮੇਅਰ, ਸਾਰੀਆਂ ਕਮਿਊਨਿਟੀਆਂ, ਇੱਕ ਨਾਰਥ ਡੈਲਟਾ ਨੂੰ ਛੱਡ ਕੇ ਸਾਰੇ ਉਹਦਾ ਅਪੋਜ਼ ਕਰਦੇ ਸੀਗੇ। ਸੋ ਆਈ ਥਿੰਕ ਸਰਕਾਰਾਂ ਦਾ ਕੰਮ ਹੈਗਾ ਕਿ ਲੋਕਾਂ ਨੂੰ ਤਾਂ ਲੋਕਲ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲਣ, ਤਾਂ ਹੀ ਕੰਮ ਵਧੀਆ ਹੋ ਸਕਦੇ ਆ। ਜੇ ਸਾਰੇ ਵਰਖਲਾਫ ਹੈ ਇੱਕ ਕਮਿਊਨਿਟੀ ਨੂੰ ਛੱਡ ਕੇ, ਇਹਦਾ ਮਤਲਬ ਕੁਝ ਰੋਂਗ ਹੈਗਾ ਉਹਦੇ ਵਿੱਚ। ਸੋ ਅਸੀਂ ਉਹਨਾਂ ਸਾਰਿਆਂ ਨੂੰ ਮੁੜ ਕੇ ਦੁਬਾਰਾ ਰਲਾਇਆ। ਅਸੀਂ ਕੈਂਸਲ ਕੁਝ ਨਹੀਂ ਕੀਤਾ, ਦੁਬਾਰਾ ਰਲਾਇਆ ਵੀ ਤੁਸੀਂ ਕੀ ਚਾਹੁੰਦੇ ਆ, ਕਿਹਦੇ ਨਾਲ ਤੁਸੀਂ ਸੈਟਿਸਫਾਈ ਹੋ ਕਿ ਕ੍ਰਾਸਿੰਗ ਵੀ ਬਣੇ ਪਰ ਤੁਸੀਂ ਵੀ ਸਾਡਾ ਸਾਥ ਦਿਓ, ਤੇ ਨਾਲ ਫੈਡਰਲ ਸਰਕਾਰ ਦੇ ਵੀ ਪੈਸੇ ਸਾਨੂੰ ਮਿਲਣ, ਨਾ ਕਿ ਅਸੀਂ ਲੋਕਲ ਬੰਦਿਆਂ ਤੋਂ ਪੈਸੇ ਇਕੱਠੇ ਕਰੀਏ। ਸੋ ਉਹਦੇ ਨਾਲ ਕੀ ਹੋਇਆ, ਉਹ ਸਾਰੀ ਪਲਾਨ ਆ ਗਈ। ਇਸ ਦਸੰਬਰ ਦੇ ਵਿੱਚ ਉਹਦਾ ਫਾਈਨਲ ਡਿਸੀਜਨ ਬਣ ਜਾਣਾ। ਉਹ ਕ੍ਰਾਸਿੰਗ ਹੋਣੀ ਆ, ਚਾਹੇ ਉਹ 8 ਲੇਨ ਦੀ ਹੋਵੇ ਚਾਹੇ 10 ਲੇਨ ਦੀ ਹੋਵੇ, ਉਹ ਹੋਣੀ ਆ, ਅਨਾਊਂਸਮੈਂਟ ਹੋ ਜਾਏਗਾ। ਉਹਦੇ ਨਾਲ ਹੁਣ ਸਾਰੇ ਮੇਅਰ ਵੀ ਸਾਡੇ ਨਾਲ ਖੜੇ ਆ, ਸਾਰੇ ਮੇਅਰ, ਕੋਈ ਨਹੀਂ ਉਹਦੇ ਵਰਖਲਾਫ ਹੈਗਾ। ਸੋ ਆਈ ਥਿੰਕ ਉਹ ਚੰਗੀ ਗੱਲ ਆ ਕਿ ਜੇ ਤੁਸੀਂ ਲੋਕਲ ਕਮਿਊਨਿਟੀਜ਼ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋ, ਉਹੋ ਹੀ ਪਾਲਿਸੀ ਵਧੀਆ ਹੁੰਦੀ ਆ। ਇੰਜੀਨੀਅਰਿੰਗ ਦਾ ਕੰਮ ਤਾਂ ਇਹ ਹੁੰਦਾ ਵੀ ਉਹਨੂੰ ਬ੍ਰਿਜ ਨੂੰ ਜਾਂ ਟਨਲ ਨੂੰ ਬਣਾਉਣਾ ਕਿੱਦਾਂ, ਉਹਦੀ ਕਿਹੋ ਜਿਹੀ ਟੈਕਨੋਲੋਜੀ, ਕੀ ਥੱਲੇ ਉਹਨਾਂ ਨੂੰ ਮੁਸ਼ਕਲਾਂ ਆਉਣਗੀਆਂ, ਉਹਨੂੰ ਸੋਲਵ ਕਰਨਗੇ। ਪੈਸੇ ਜਿਹੜੇ ਉਹ ਲੋਕਾਂ 'ਤੇ ਲੱਗਣੇ ਆ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ ਕਿ ਤੁਸੀਂ ਜ਼ਿੰਮੇਵਾਰੀ ਨਾਲ ਲਾ ਰਹੇ ਹੋ, ਐਵੇਂ ਵੇਸਟ ਤਾਂ ਨਹੀਂ ਹੋ ਰਿਹਾ। ਸਾਈਡ ਸੀ ਦੀ ਗੱਲ ਲੈ ਲਓ, ਉਹ ਪਹਿਲਿਆਂ ਨੇ ਡਿਸਾਈਡ ਕੀਤਾ ਹੋਇਆ ਸੀਗਾ ਇੱਥੇ ਬਣਨਾ, ਬੜਾ ਵਿਰੋਧ ਸੀਗਾ ਉਹਦਾ। ਇਨਵਾਇਰਮੈਂਟਲ ਵਾਈਜ਼ ਸਾਡੇ ਫਰਸਟ ਨੇਸ਼ਨ ਤੇ ਐਗਰੀਕਲਚਰ ਲੈਂਡ ਬਾਰੇ ਬੜਾ ਕੁਝ ਪ੍ਰੋਬਲਮ ਸੀਗੀਆਂ ਆਉਂਦੀਆਂ, ਪਰ ਉਹ ਇੰਨਾ ਕੰਮ ਅੱਗੇ ਵੱਧ ਗਿਆ ਸੀ, ਉਹਨੂੰ ਪਿੱਛੇ ਜਾਣ ਵਾਸਤੇ ਆਪਣੇ ਕੋਲ ਜਗ੍ਹਾ ਨਹੀਂ ਸੀਗੀ, ਮੌਕਾ ਹੀ ਨਹੀਂ ਸੀਗਾ। $2 ਬਿਲੀਅਨ already ਖਰਚ ਚੁੱਕੇ ਸੀਗੇ, ਤੇ ਜੇ ਉਹਨੂੰ ਮੁੜ ਕੇ ਦੁਬਾਰਾ ਪਹਿਲੇ ਵਾਂਗ ਬਣਾਉਣ $2 ਬਿਲੀਅਨ ਹੋਰ ਲੱਗਣੇ ਸੀ। $4 ਬਿਲੀਅਨ ਉਹਦੇ ਸ਼ੋਅ ਕਰਨ ਵਾਸਤੇ ਕੁਛ ਵੀ ਨਹੀਂ, ਉਹ ਲੋਕਾਂ ਦਾ ਪੈਸਾ ਵੇਸਟ ਹੋ ਗਿਆ ਨਾ। ਸੋ ਆਈ ਥਿੰਕ ਉਹਦੇ ਵਿੱਚ ਵੀ ਸਰਕਾਰ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਵੀ ਲੋਕਾਂ ਦਾ ਪੈਸਾ ਵੇਸਟ ਨਾ ਹੋਵੇ। ਇਹ ਸਾਡੇ ਵਾਂਗ ਬੜਾ ਮਿਹਨਤ ਨਾਲ ਲੋਕਾਂ ਨੇ ਕਮਾਇਆ, ਤੇ ਉਹਨੂੰ ਜ਼ਿੰਮੇਵਾਰੀ ਨਾਲ ਖਰਚਿਆ ਜਾਵੇ। ਅਸੀਂ ਉਹਨੂੰ ਪ੍ਰੋਸੀਡ ਕਰ ਰਹੇ ਹਾਂ, ਤੇ ਉਹਦਾ ਖਰਚੇ ਵੀ ਵੱਧ ਰਹੇ ਅੱਗੇ ਨਾਲੋਂ ਪਹਿਲਾਂ, ਕਿਉਂਕਿ ਪਹਿਲਾਂ ਪ੍ਰੋਪਰਲੀ ਹੋ ਸਕਦਾ
ਉਹਦੀ ਜਿਹੜੀ ਹੈਗੀ ਆ ਸਟੱਡੀ ਪ੍ਰੋਪਰ ਨਾ ਹੋਈ ਹੋਵੇ, ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਹੋ ਸਕਦਾ ਉਦੋਂ ਉਹਨਾਂ ਨੂੰ ਨਾ ਦਿਮਾਗ 'ਚ ਆਈਆਂ ਹੋਣ, ਪਰ ਅਖੀਰ ਨੂੰ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਬਣ ਜਾਂਦੀ, ਪਰ ਲੋਕਾਂ ਦਾ ਪੈਸਾ ਕੀ ਉਹ ਜ਼ਿੰਮੇਵਾਰੀ ਨਹੀਂ ਲੱਗ ਰਿਹਾ, ਕਿਤੇ ਵੇਸਟ ਨਹੀਂ ਹੋ ਰਿਹਾ। ਮੈਂ ਸਭ ਆਖਰ ਦੇ ਵਿੱਚ ਨਿਊਟਨ ਰਾਈਡਿੰਗ ਦੇ ਆਪਣੇ ਵੋਟਰਸ ਨੂੰ ਕੋਈ ਸੰਦੇਸ਼ ਤੁਹਾਡਾ ਜਾਂ ਸੁਨੇਹਾ ਜੀ? ਸਿਰਫ ਇਹ ਆ ਕਿ ਸਾਰੇ ਤੁਸੀਂ ਦੇਖ ਲਿਆ ਪਿਛਲੇ 3 ਸਾਲ ਦੇ ਵਿੱਚ ਕਿਸ ਤਰ੍ਹਾਂ ਸਰੀ ਨੂੰ ਪਹਿਲ ਦਿੱਤੀ ਆ। ਟੋਲਸ ਦੀ ਗੱਲ ਹੋਈ, MSP ਪ੍ਰੀਮੀਅਮ ਖਤਮ ਕਰਨ ਦੀ ਗੱਲ ਹੋਈ, ਹਸਪਤਾਲ ਨਵੇਂ ਬਣਨ ਦੀ ਗੱਲ ਹੋਈ। ਹਾਲਾਂਕਿ ਉਹ ਗੰਧਲਾ ਕਰ ਰਿਹਾ ਕਿ ਬਣਨਾ ਨਹੀਂ ਬਣਨਾ, ਹਸਪਤਾਲ ਜ਼ਰੂਰ ਬਣੇਗਾ ਅਤੇ ਉਹਦੀ ਲੈਂਡ ਵੀ ਸਾਡੇ ਕੋਲ ਹੈਗੀ ਆ, ਉਹਦੇ ਆਰਕੀਟੈਕਚਰ ਕੰਟਰੈਕਟ ਵੀ ਦੇਣੇ ਸ਼ੁਰੂ ਕਰ ਦਿੱਤੇ ਆ। ਸੋ ਹਸਪਤਾਲ ਵੀ ਬਣਨਾ, ਮੀਨ ਟਾਈਮ ਆਪਾਂ ਅਰਜੈਂਟ ਕੇਅਰ ਸੈਂਟਰ ਖੋਲ੍ਹ ਦਿੱਤੇ 2 ਇੱਥੇ ਸਰੀ ਵਜੇ, ਕਿਤੇ ਇੱਥੇ ਬਿਲਕੁਲ ਨਿਊਟਨ ਦੇ ਵਿੱਚ ਹੈਗਾ। 2300 ਅਸੀਂ ਚਾਈਲਡ ਕੇਅਰ ਸਪੇਸਿਸ ਆਲਰੇਡੀ ਖੋਲ੍ਹ ਚੁੱਕੇ ਹਾਂ। ਸਕੂਲ ਜਿਹੜੇ ਆ ਕਿ ਬੱਚੇ ਪੋਰਟੇਬਲ 'ਚ ਪੜ੍ਹ ਰਹੇ ਆ, ਉਹਨਾਂ ਵਾਸਤੇ 9000 ਦੇ ਲਾਗੇ ਬੱਚਿਆਂ ਲਈ ਨਵੀਆਂ ਜਿਹੜੀਆਂ ਸਟੂਡੈਂਟ ਸੀਟ ਤਿਆਰ ਹੋ ਰਹੀਆਂ, ਸਕੂਲ ਬਣ ਰਹੇ, ਐਕਸਪੈਂਡ ਹੋ ਰਹੇ ਆ। 1000 ਦੀ ਅਸੀਂ ਆਲਰੇਡੀ ਹੋਰ ਅਨਾਊਂਸਮੈਂਟ ਕਰ ਦਿੱਤੀ ਆ। ਗੱਲ ਆ ਕਿ ਅਸੀਂ ਸਰੀ ਨੂੰ ਪ੍ਰਾਇਓਰਟੀ ਦੇ ਰਹੇ ਹਾਂ, ਹਾਲਾਂਕਿ ਪਹਿਲੀ ਸਰਕਾਰ ਨੇ ਸਰੀ ਨੂੰ ਇਗਨੋਰ ਕਰੀ ਰੱਖਿਆ। ਜੇ ਤੁਹਾਨੂੰ ਉਹ ਸਾਰੇ ਕੰਮ ਚੰਗੇ ਲੱਗਦੇ ਆ, ਜਿਸ ਦੀ ਸੋਚਦੇ, ਜਿਹੜਾ ਸਾਡਾ ਆਉਣ ਵਾਲਾ ਭਵਿੱਖ ਵਿੱਚ ਅਸੀਂ ਅਨਾਊਂਸਮੈਂਟ ਕੀਤੀਆਂ ਕਿ ਸਰੀ ਦੇ ਵਿੱਚ ਇੱਕ ਸੈਕੰਡ ਜਿਹੜਾ ਮੈਡੀਕਲ ਸਕੂਲ ਬਣਨਾ ਚਾਹੀਦਾ, ਤਾਂ ਕਿ ਅਸੀਂ ਨਵੇਂ ਡਾਕਟਰ, ਸਾਡੇ ਬੱਚੇ ਬਾਹਰ ਨਾ ਜਾਣਾ ਪਵੇ, ਇੱਥੇ ਟ੍ਰੇਨ ਹੋ ਸਕਣ, ਨਰਸਿਸ ਅਤੇ ਹੋਰ ਹੈਲਥ ਕੇਅਰ ਪ੍ਰੋਫੈਸ਼ਨਲ ਟ੍ਰੇਨ ਕਰ ਸਕੀਏ। ਅਤੇ ਨਾਲ ਦੀ ਨਾਲ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਬਣੇ, ਤਾਂ ਕਿ ਅਸੀਂ ਪੁਰਾਣੇ ਲੋਕਾਂ ਦੀਆਂ ਜਿਹੜੀਆਂ ਮਿਹਨਤਾਂ ਅਤੇ ਉਹਨੀ ਘਾਲਣਾ ਘਰ ਕੇ ਸਾਨੂੰ ਇੱਥੇ ਤੇ ਪਹੁੰਚਾਇਆ, ਉਹਨਾਂ ਨੂੰ ਯਾਦ ਕਰੀਏ। ਅੱਜ ਦੇ ਲੋਕ ਜਿਹੜੇ ਮੱਲਾਂ ਮਾਰ ਰਹੇ ਆ, ਓਲੰਪਿਕ ਜਾ ਰਹੇ ਸਾਡੇ ਬੱਚੇ, ਅਤੇ ਇੱਥੇ ਬੜੇ ਬਿਜ਼ਨਸ ਕਰ ਰਹੇ ਆ, ਅਤੇ ਦੂਜੀ ਐਕੈਡੈਮਿਕ ਸਾਈਡ ਦੇ ਉੱਤੇ ਸਾਰੇ ਪਾਸੇ ਦੇ ਉੱਤੇ ਜਿਹੜੇ ਲੋਕਾਂ ਨੇ ਮੱਲਾਂ ਮਾਰੇ, ਉਹਨਾਂ ਨੂੰ ਆਪਾਂ ਸੈਲੀਬ੍ਰੇਟ ਕਰ ਸਕੀਏ, ਆਉਣ ਵਾਲੇ ਬੱਚਿਆਂ ਵਾਸਤੇ ਰੋਲ ਮਾਡਲ ਬਣਾ ਸਕੀਏ, ਤਾਂ ਕਿ ਉਹ ਇਹਨਾਂ ਤੋਂ ਸੇਧ ਲੈ ਕੇ ਸਾਡੇ ਦੇਸ਼ ਦੇ ਵਿੱਚ ਹੋਰ ਵੀ ਜ਼ਿਆਦਾ ਆਪਣਾ ਹਿੱਸਾ ਪਾਉਣ, ਹੋਰ ਵੀ ਆਪਣੀਆਂ ਤਰੱਕੀਆਂ ਕਰਨ। ਸੋ ਜੇ ਤੁਹਾਨੂੰ ਉਹ ਸਾਰਾ ਕੁਝ ਚੰਗਾ ਲੱਗਦਾ ਤਾਂ ਇੱਕ ਵਾਰੀ ਤੁਸੀਂ 4 ਸਾਲ ਜਿਹੜੇ ਆਉਣ ਵਾਲੇ ਆ ਉਹਦੇ ਵਿੱਚ ਮੌਕਾ ਦਿਓਗੇ, ਤਾਂ ਉਹ ਜਿਹੜੇ ਕੰਮ ਅਸੀਂ ਹੁਣ ਸ਼ੁਰੂ ਕੀਤੇ ਆ ਉਹਨੂੰ ਕੰਪਲੀਟ ਕਰ ਸਕੀਏ ਅਤੇ ਆਉਣ ਵਾਲਾ ਫਿਊਚਰ ਹੋਰ ਵੀ ਵਧੀਆ ਬਣਾ ਸਕੀਏ। ਪਰ ਵੋਟ ਜ਼ਰੂਰ ਪਾਓ, ਕਿਉਂਕਿ ਸਾਊਥ ਏਸ਼ੀਅਨ ਕਮਿਊਨਿਟੀ ਖਾਸ ਤੌਰ 'ਤੇ 40 ਸਾਲ ਆਪਾਂ ਨੂੰ ਡਿਨਾਈ ਕੀਤਾ ਸੀਗਾ ਇੱਥੇ ਵੋਟ ਪਾਉਣ ਤੋਂ। ਬੜੇ ਲੋਕਾਂ ਨੇ ਮਿਹਨਤ ਕਰਕੇ ਆਪਣੇ ਵੋਟ ਦਾ ਹੱਕ ਦਵਾਇਆ। ਪਲੀਜ਼ ਵੋਟ ਜ਼ਰੂਰ ਪਾਇਓ। 24 ਤਰੀਕ ਫਾਈਨਲ ਡੇਟ ਆ। ਅੱਜ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਆ। ਆਪਣੇ ਨੇੜੇ ਦਾ ਜਿਹੜਾ ਤੁਹਾਡਾ ਐਡਵਾਂਸ ਪੋਲਿੰਗ ਸਟੇਸ਼ਨ ਹੈਗਾ, ਉੱਥੇ ਜਾ ਕੇ ਵੋਟ ਜ਼ਰੂਰ ਪਾਓ ਜੀ। ਧੰਨਵਾਦ ਬਹੁਤ ਬਹੁਤ। ਸੋ ਦੋਸਤੋ, ਅਸੀਂ ਪਹੁੰਚੇ ਹਾਂ ਪੌਲ ਬੋਪਾਰਾਏ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ। ਪੌਲ ਬੋਪਾਰਾਏ BC ਲਿਬਰਲ ਵੱਲੋਂ ਸਰੀ ਨਿਊਟਨ ਤੋਂ ਚੋਣ ਲੜ ਰਹੇ ਆ, ਨਵੇਂ ਨੇ, ਪਹਿਲੀ ਵਾਰੀ ਚੋਣ ਲੜ ਰਹੇ ਆ। ਉਹਨਾਂ ਕੋਲੋਂ ਪੁੱਛਦੇ ਹਾਂ ਕਿ ਕਿਹੜੇ ਇਸ਼ੂਜ਼ ਆ ਲੋਕਾਂ ਦੇ, ਉਹਨਾਂ ਦਾ ਕੀ ਹੈ ਇਸ ਵੇਲੇ ਉਹਨਾਂ ਕੋਲੇ ਜਿਹੜਾ ਪਲੇਟਫਾਰਮ ਆ ਉਹਦੇ ਵਿੱਚ ਕੀ ਆ, ਜਾਂ ਸਰੀ ਨਿਊਟਨ ਦੇ ਲਈ ਉਹ ਕੀ ਕਰਨਾ ਚਾਹੁੰਦੇ ਆ। ਪਿਛਲੇ ਲੰਬੇ ਸਮੇਂ ਤੋਂ ਹੈਰੀ ਵੈਂਸ NDP ਦੇ ਉਮੀਦਵਾਰ ਇੱਥੋਂ ਜਿੱਤਦੇ ਆਏ ਆ, ਇਸ ਵਾਰ ਵੀ ਉਹਨਾਂ ਦੇ ਨਾਲ ਇਹਨਾਂ ਦਾ ਮੁਕਾਬਲਾ ਆ। ਪੌਲ ਬੋਪਾਰਾਏ ਜੀ, ਕਿਸ ਤਰ੍ਹਾਂ ਕੰਪੇਨ ਚੱਲ ਰਹੀ ਹੈ ਇਸ ਵੇਲੇ ਜੀ? ਵਧੀਆ ਚੱਲਦੀ ਹੈ। ਪਹਿਲਾਂ ਤੁਹਾਨੂੰ ਥੈਂਕ ਯੂ ਕਰਦਾ ਚੈਨਲ ਪੰਜਾਬ ਦੀ for ਇਹ ਮੌਕਾ ਵਾਸਤੇ। I'm a new candidate like you said, so not too many people know me. The only people in the community know me because ਇੱਥੇ ਰਿਹਾ 30 ਸਾਲ, right? But this is because it's snap election, it's also hard to get out there and knock on doors, right? So but we have been using other, we're on the phone. I got great volunteers, great campaign manager, great team helping me out, so full support. And ਇੱਥੇ ਦੀ ਮੇਨ ਗੱਲ ਤਾਂ ਕਰਕੇ ਮੈਂ ਖੜ੍ਹਾ ਸਰੀ ਨਿਊਟਨ ਵਾਸਤੇ ਸਿਕਿਉਰਿਟੀ ਦੀ ਬਹੁਤ ਇਸ਼ੂ ਹੈ ਇੱਥੇ, ਲਾਈਕ ਸੇਫਟੀ ਦੀ। ਤੁਹਾਨੂੰ ਪਹਿਲਾਂ ਪਤਾ ਲਾਈਕ ਗੋਲੀਆਂ ਇੱਥੇ ਚੱਲਦੀਆਂ, ਅਸੀਂ ਰਾਤੀ ਸੌ ਵੀ ਨਹੀਂ ਸਕਦੇ। ਹੁਣ 15 ਸਾਲ ਹੋ ਗਏ ਇਹੀ ਕਹਿੰਦੇ, ਇੱਕ ਕੰਪਲੈਕਸ ਇਸ਼ੂ ਆ, ਸਾਨੂੰ ਫੈਡਰਲ ਗਵਰਨਮੈਂਟ ਦੀ, ਸਿਟੀ ਦੀ ਪ੍ਰੋਬਲਮ ਆ। ਨਹੀਂ, ਕੋਈ ਹੱਲ ਤਾਂ ਲੱਭਣਾ ਪੈਣਾ ਹੁਣ। We have to sit down. I think the main reason is I've been in this community. ਮੈਂ ਇੱਥੇ like raised Surrey born ਆ, ਮੈਂ ਇੱਥੇ ਸਕੂਲ ਵੀ ਗਿਆ। ਸੋ ਮੈਨੂੰ ਪਤਾ ਲੋਕੀ ਜਿਹੜੇ ਯੰਗਸਟਰ ਆ ਉਹਨਾਂ ਦੀ ਪ੍ਰੈਸ਼ਰ ਪਤਾ। I know how to talk to them, and also I want to be able to mentor them. There's some great programs like ਜਿਹੜਾ Rob Ryan ਨੇ ਬਣਾਇਆ wraparound program, right? So I want to be able to help him, say how can I assist you, right? I think I can relate better, and now I'm worried about my kids. ਹੁਣ ਮੇਰੇ ਬੱਚੇ ਛੋਟੇ ਆ, ਮੇਰਾ son 10 ਸਾਲ ਦਾ, ਲੜਕੀ ਮੇਰੀ 5 ਸਾਲ ਦੀ। ਉਹਨਾਂ ਨੂੰ ਮੈਂ ਹਾਕੀ ਵਿੱਚ ਸ਼ੁਰੂ ਕਰਤਾ। They play ice hockey. My son just made rep hockey. ਉਹਨਾਂ ਦੀ ਫੋਕਸ ਧਿਆਨ either studying or sports, because long term ਉਹ community ਵਾਸਤੇ ਵੀ ਚੰਗਾ। So I want to focus on bringing resources in, like ਅਸੀਂ ਸਾਡੀ club ਨੇ ਬਣਾਇਆ Tamanos Field. It wasn't NDP, it wasn't Harry Baines. ਸਾਰੇ ਇਕੱਠੇ ਹੋ ਕੇ ਕਲੱਬਾਂ ਨੇ, we actually got the check from Christy Clark. So liberals ਨੇ support ਕੀਤਾ, city ਵੀ support ਕੀਤਾ। Harry Baines was nowhere to be found. So 15 ਸਾਲ ਹੋ ਗਏ ਇਸ community, like
NDP represent ਕਰਦੇ ਆ ਕੁਛ ਚੇਂਜ ਨਹੀਂ ਹੋਇਆ ਲਾਈਕ ਵੀ ਗੋਟ ਟੂ ਡੂ ਲੋਟ ਆਫ ਇਸ਼ੂਜ਼ ਹੁਣ ਟ੍ਰੈਫਿਕ ਦੀ ਦੇਖ ਲਓ ਔਰ ਕਹਿੰਦੇ ਸੀ ਬ੍ਰਿਜ ਨਹੀਂ ਬਣਾਉਣਾ ਸੀ ਐਕਸਪੈਂਸ਼ਨ ਕਰਨੀ ਹੈ ਟਨਲ ਕੁਛ ਨਹੀਂ ਕੀਤਾ ਹਜੇ 3 ਸਾਲ ਵਿੱਚ ਹੁਣ ਕਹਿੰਦੇ ਆ ਉਹ ਹੋਰ ਸਟੱਡੀ ਚਾਹੀਦੀ ਹੈ ਸਾਨੂੰ ਇਹ ਸਟੱਡੀ ਚਾਹੀਦੀ ਹੈ ਬਟ ਕੰਮ ਤਾਂ ਸ਼ੁਰੂ ਨਹੀਂ ਹੋਇਆ ਹੁਣ 3 ਸਾਲ ਹੁਣ ਟ੍ਰੈਫਿਕ ਦੇਖ ਲਓ ਕਿੰਨੀ ਆ even Portello, these are main things. Also, hospital is a big issue. In Portello, kinne hospital ne banaya? None, zero. In 13 years they were in power. We've built every hospital. Jira expansion hoya, Suri Gurdwara Guru Nanak emergency, asi kita $500 million. You look at Jim Patterson. So inne de puraniya galla chaliya janiya, but they don't look at the future. They have no plan. ਔਲ ਬਪਰਾ ਜੀ ਬਹੁਤ ਸਾਰੇ ਇਸ਼ੂ ਡਿਸਕਸ ਹੋ ਰਹੇ ਆ ਮੈਸੀ ਟਨਲ ਆ ਲੋਕਲ ਪੁਲਿਸ ਆ ਪਰ ਇੱਕ ਇਸ਼ੂ ਇੱਥੇ ਇਹ ਵੀ ਹੈ ਜਿਹੜਾ ਲੱਗਦਾ ਕਿ ਸਰੀ ਦੇ ਸਕੂਲ ਜਿਹੜੇ ਆ ਇਹਨਾਂ ਦੀ ਜਿਹੜੀ ਰੇਟਿੰਗ ਆ ਜਾਂ ਰੈਂਕਿੰਗ ਆ ਜਿਹੜੀ ਇਹ ਉੱਪਰਲੇ ਸਕੂਲਾਂ 'ਚ ਨਹੀਂ ਆਉਂਦੀ ਪੂਰੇ BC ਦੇ ਜਦੋਂ ਤੁਸੀਂ ਦੇਖਦੇ ਆ ਇਹਦੇ ਲਈ ਕੁਝ ਤੁਹਾਡੇ ਕੋਲ ਪਲਾਨ ਹੈ ਜਾਂ ਤੁਹਾਨੂੰ ਲੱਗਦਾ ਕਿ ਪਿਛਲੇ ਸਮੇਂ 'ਚ ਇਹਦੇ ਤੇ ਕੰਮ ਨਹੀਂ ਕੀਤਾ ਗਿਆ ਕਿ ਸਰੀ ਦੇ ਸਕੂਲ ਪਿੱਛੇ ਕਿਉਂ ਆ ਬਾਕੀ ਸਾਰਿਆਂ ਨਾਲੋਂ Well, this is a very good question. It's important because I want my kids to have, they're in elementary, I know badiya education among them. First of all, right now because of COVID, I want safety. So NDP ne promise kita that asi portable sare remove karne hai. Hun kende hun fir nami promise kar de asi portable remove kar de. It's been increasing. So how can our kids learn, get proper education when they're sitting in portables all day? Right? So one thing is we need to work on building schools. And you know we have a great team. Gary Tendhega, he's a school trustee. So it's just not me. We want to improve all of Surrey schools, just not in Surrey Newton. So सारी team बेनती करता सारा नो आज voting शुरू हुई है early voting 15 तारीख दी. Vote for the whole team. We have a very diverse team that wants to put together really good plans and move Surrey and Surrey Newton forward. ਇੱਕ ਹੋਰ ਜਿਹੜਾ ਬਹੁਤ ਸਾਰੇ ਪ੍ਰੋਜੈਕਟ ਲਿਬਰਲ ਸਰਕਾਰ ਦੇ ਪਹਿਲਾਂ ਸੀਗੇ ਜਿਹੜੇ ਜਦੋਂ NDP ਇਹਨਾਂ ਨੇ ਬੰਦ ਕਰ ਦਿੱਤੇ ਮੈਸੀ ਟਨਲ ਵਾਲਾ ਸੀਗਾ ਬ੍ਰਿਜ ਬਣਨਾ ਸੀ ਇਹਨਾਂ ਨੇ ਉਹਨੂੰ ਰੋਕ ਦਿੱਤਾ ਕੁਝ ਹੋਰ ਸੀਗੇ ਜੇ ਹੁਣ ਦੁਬਾਰਾ ਲਿਬਰਲ ਆਉਂਦੀ ਆ ਤਾਂ ਉਹਨਾਂ ਨੂੰ ਫਿਰ ਤੁਸੀਂ ਉਸੇ ਤਰ੍ਹਾਂ ਕੰਟੀਨਿਊ ਕਰੋਗੇ ਜਿਸ ਤਰ੍ਹਾਂ ਪਹਿਲਾਂ ਉਹ ਪਲਾਨ ਦੇ ਵਿੱਚ ਸੀਗੇ ਜਾਂ ਪਾਈਪਲਾਈਨ ਐਕਸਪੈਂਸ਼ਨ ਦਾ ਮਾਮਲਾ ਵੀ ਸੀਗਾ ਤੁਸੀਂ ਬ੍ਰਿਜ ਦਾ ਦੇਖ ਲਓ ਹੁਣ ਉੱਥੇ ਇਹਨਾਂ ਨੇ 100 ਮਿਲੀਅਨ ਆਲਰੇਡੀ ਸਪੈਂਡ ਕੀਤਾ ਹੋਇਆ ਇਹਨਾਂ ਕਹਿੰਦੇ ਨਹੀਂ ਹੁਣ ਰੋਕਣਾ ਸਾਡੇ ਕੁਛ ਤਾਂ ਬਣਾਇਆ ਨਹੀਂ we're going to go ਐਂਡਰੂ ਨਾਲ ਗੱਲ ਹੋਈ ਆ we're going to start day one. We already have the plans. There's no need for engineering studies. Sara already banaya 10-lane bridge banuga utte. Day one shuru hoga. We're going to get working on the hospitals. We're going to get working on resources. Milla de sade bande like kam kar diya. We're going to work on getting them up and running again, working with the federal government. As you know, Softwood Lumber, the federal, but still working to get that done. I think NDP kende si jade milla. There's too many mills here. But where's the backbone of our economy? Where's all the business from Surrey Newton? Where are the workers? They're not all union. So see, देखो trade बंदे नु, साडे बीरे नु, you know, they're doing painting, they're doing drywall, they're doing plumbing. You know, these guys are locking out. They're saying 85% of workers are getting locked out, construction workers, because these guys have made deals. Harry Baines, labor minister. He's already, you know, with the big bosses in the unions. Je onor faida hunda, that's fine, but we need something for our community and our people. ਆਖਰ ਦੇ ਵਿੱਚ ਜਿਹੜੇ ਸਰੀ ਨਿਊਟਨ ਦੇ ਵੋਟਰਸ ਆ ਰਾਈਡਿੰਗ ਦੇ ਵਿੱਚ ਉਹਨਾਂ ਲਈ ਕੋਈ ਅਪੀਲ ਤੁਹਾਡਾ ਕੋਈ ਮੈਸੇਜ ਮੇਨ ਗੱਲ ਹੁਣ ਲਾਈਕ ਮੈਂ ਕਿਹਾ ਸੀ early voting already ਸ਼ੁਰੂ ਹੋਇਆ mail-in ballots are available if you don't want to go I think only till the 17th now but main date 24th. So I'm just saying vote, just go out, use your right. Our community we got, go out and exercise that right. Also vote for the entire party because if we have more representatives we can have a bigger stronger voice in Victoria. ਦੋਸਤੋ ਅੱਜ ਅਸੀਂ ਹੁਣ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਸਰੀ ਗਿਲਫਰਡ ਰਾਈਡਿੰਗ ਦੇ ਵਿੱਚ NDP ਦੇ ਉਮੀਦਵਾਰ ਗੈਰੀ ਬੈਗ ਹੁਣਾਂ ਕੋਲ NDP ਵੱਲੋਂ ਉਮੀਦਵਾਰ ਨੇ ਪਿਛਲੀ ਵਾਰ ਵੀ ਇੱਥੋਂ MLA ਸੀ ਉਹਨਾਂ ਨਾਲ ਬਹੁਤ ਸਾਰੇ ਇਸ਼ੂ ਡਿਸਕਸ ਕਰਨ ਵਾਲੇ ਆ ਇੱਕ ਤਾਂ ਉਹਨਾਂ ਨੂੰ ਪੁੱਛਦੇ ਹਾਂ ਕਿ ਕੈਂਪੇਨ ਉਹਨਾਂ ਦੀ ਇਸ ਵੇਲੇ ਕਿੱਦਾਂ ਚੱਲ ਰਹੀ ਹੈ ਇਸ ਰਾਈਡਿੰਗ ਦੇ ਪਰਟੀਕੂਲਰ ਇਸ਼ੂਜ਼ ਕਿਹੜੇ ਆ ਦੂਜੀ ਗੱਲ ਉਹਨਾਂ ਨਾਲ ਜਿਹੜੀ ਸੀ ਖਾਸ ਤੌਰ 'ਤੇ ਪੁੱਛਣੀ ਆ ਕਿ ਪਿਛਲੇ ਸਮੇਂ ਦੇ ਵਿੱਚ ਉਹ ਪਹਿਲਾਂ ਇੱਕ ਪੁਲਿਸ ਆਫੀਸਰ ਵਜੋਂ ਕੰਮ ਕਰਦੇ ਰਹੇ ਆ ਹੁਣ ਇੱਕ ਪੋਲੀਟੀਸ਼ੀਅਨ ਵਜੋਂ ਕੰਮ ਕਰ ਰਹੇ ਆ ਉਹਨਾਂ ਕੋਲੇ ਕੰਮ ਕਰਨ ਵਾਲਾ ਸੋਲੂਸ਼ਨ ਕੀ ਹੈ ਵਰਕੇਬਲ ਸੋਲੂਸ਼ਨ ਕੀ ਹੈ ਜਿਹੜਾ ਪ੍ਰੈਕਟੀਕਲੀ ਲਾਗੂ ਹੋ ਸਕਦਾ ਇਸ ਕ੍ਰਾਈਮ ਤੇ ਗੈਂਗ ਹਿੰਸਾ ਨੂੰ ਸਾਂਭਣ ਦੇ ਲਈ ਇਹਦੇ ਬਾਰੇ ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ ਦੂਜੀ ਗੱਲ BC ਲਿਬਰਲ ਵੱਲੋਂ ਇਸ ਸਰੀ ਗਿਲਫਰਡ ਇਲਾਕੇ ਤੋਂ ਡੇਵ ਹਾਂਸ ਹੁਣੀ ਚੋਣ ਲੜ ਰਹੇ ਆ ਡੇਵ ਹਾਂਸ ਉਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਇਹ ਕਹਿਣਾ ਆ ਕਿ ਗੈਰੀ ਬੈਗ ਨੂੰ ਇੱਥੇ ਲੋਕਾਂ ਨੇ
ਦੇਖਿਆ ਨਹੀਂ ਇਸ ਰਾਈਡਿੰਗ ਦੇ ਵਿੱਚ, ਇਹ ਰਹਿੰਦੇ ਕਿੱਥੇ ਆ। ਇੱਕ ਇਹ ਸਵਾਲ ਵੀ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ, ਗੱਲਬਾਤ ਕਰਦੇ ਹਾਂ ਗੈਰੀ ਬੈਗ ਹੁਣਾਂ ਦੇ ਨਾਲ। Actually, very good. It's a very strange time always when the election is here, but this more so than others because of the COVID restrictions, right? We're not doing the usual things. We're not knocking on doors, but we're desperately trying to make contact with the residents through phone and other electronic communication means. But something we've never done before. It's a very strange campaign time. Any particular issues of the people in the riding? Yeah, the issues I think are the same all across Surrey, not only in Surrey-Guildford, but in every area of Surrey. Everyone's concerned about the impact and the lasting impact of COVID-19. They're concerned about the cost of housing. They're concerned about transportation here and all over Surrey. And of course, they're concerned about the return of the economy after COVID. And all of those are important considerations, and we have plans and programs in place to ensure that we will all come through this together. That's a central theme of our campaign. How do we come through this together? We're strong. We want to emerge stronger at the end of this. So you worked as a police officer and now you are a politician. So did you find any workable solution for the crime and gangs in the city? It's a very complex issue. The issue of safety and security concerns everyone in Surrey. And I think it's important that we continue to look at new and innovative ways to fight crime. Crime has changed. Policing has not. The traditional methods of policing may not be the methods that we want to apply in the future. And so I think we have to take a look at two things. We have to take a look at educating our young people, proofing them so that they are not enticed into the gang life. And then we have to look at new and innovative ways of solving crime. The BC Liberals, they announced something on the PST. Mm. For the first year, there was no PST. Mm. So is there any concern of people in your riding about this announcement, PST? Any reaction or any kind of comment from the people? No, I think they see it as a sign of desperation on the part of the Liberal leader and the BC Liberals. It's one of those things that is dangled in front of them during an election with the expectation that it will get votes. But I think the overwhelming majority of our citizens understand that we are working at getting through this together. The removal of the PST inordinately affects those people at the higher end of the income scale. And we're working with everyday average citizens who are not in the top 2% of income earners. Your opponent in this riding, he's saying that you are not present in the riding the whole 5 years. So can you explain how was the office and how people are coming to your office during the last 4 years? Well, I do have a constituency office, which is one of the busiest offices in Surrey. My door is open 5 days a week. We do, I'm not there every day, of course, because I spend a fair amount of time in Victoria. But I think I'm one of the better known politicians. It doesn't explain why he hasn't seen me, but who is he in Surrey-Guildford? Most of the people that I speak to have never heard of him and don't recognize his name. So it's cheap and pure politics on his part. Any message to the voters in the riding? This election is about trust. Who do you trust to work with you to get through this? Who has been there for you? I always say that the best predictor of future performance is past performance. And by that standard, if you look at the 16 years that the Liberals were in government and the 3.5 years that we have been in government and the tremendous change that has been made as a result of that, it's very clear. We cannot go back to the bad old days of the BC Liberals. We can't go back to bridge tolls. We can't go back to MSP premiums. We have to look to the future and work to get there. ਸੋ ਦੋਸਤੋ ਅਸੀਂ ਕੁਝ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਨਾ, ਕੈਂਡੀਡੇਟਸ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਵਿਚਾਰ ਤੁਸੀਂ ਸੁਣੇ ਆ ਕਿ ਉਹ ਕੀ ਸੋਚਦੇ ਆ, ਕੀ ਇਸ ਤਰ੍ਹਾਂ ਕੈਂਪੇਨਿੰਗ ਚੱਲ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਅਪਡੇਟਸ ਆਉਂਦੀਆਂ, ਬਾਕੀ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੂੰ ਅੱਜ ਅਸੀਂ ਨਹੀਂ ਮਿਲ ਸਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਨਾਲ, ਕੁਝ ਨਵੇਂ ਵਿਸ਼ਿਆਂ ਨਾਲ। ਤੁਸੀਂ हैरान तो ज़रूर हो रहे हो कि एक बंदा पैंट कमीज़ पा के ट्रैक्टर चला रहा है, खेती कर रहा है।
ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।